हाँ जी दोस्तों, क्लास 12वीं ਦਾ ਹੈਗਾ ਵਾ ਇਕਨੋਮਿਕਸ ਦਾ ਪੇਪਰ ਕੱਲ ਯਾਨੀ ਕਿ 31 ਮਾਰਚ ਨੂੰ। ਠੀਕ ਹੈ, ਯਾਨੀ ਕਿ ਅਰਥਸ਼ਾਸਤਰ ਦਾ ਪੇਪਰ ਆ ਤੁਹਾਡਾ 12ਵੀਂ ਦਾ। ਤਾਂ ਦੋਸਤੋ ਚਲੋ ਸ਼ਾਂਤੀ ਗੈਸ ਪੇਪਰ ਤੋਂ ਤੁਹਾਡੀ ਰਿਵੀਜ਼ਨ ਕਰਾ ਦਿੰਨੇ ਆ। ਵੈਰੀ ਇੰਪੋਰਟੈਂਟ ਇਹਦੇ ਵਿੱਚ ਪ੍ਰਸ਼ਨ ਉੱਤਰ ਹੈਗੇ ਆ। ਤੇ ਦੋਸਤੋ ਇੱਕ ਹੋਰ ਗੱਲ ਤੁਸੀਂ ਇੱਥੇ ਆਹ ਦੇਖ ਵੀ ਸਕਦੇ ਹੋ, ਇਹ ਕਦੋਂ ਛਪਿਆ ਵਾ ਸ਼ਾਂਤੀ ਗੈਸ ਪੇਪਰ। ਆਹ ਦੇਖ ਲਓ, ਮਾਰਚ 25 2023 ਨੂੰ ਇਹ ਜਿਹੜਾ ਹੈਗਾ ਛਪਿਆ ਵਾ। ਠੀਕ ਹੈ ਜੀ, ਸੈਚਰਡੇ ਨੂੰ। ਤਾਂ ਇੱਥੇ ਡੇਟ ਵੀ ਇਹਨਾਂ ਨੇ ਲਿਖੀ ਹੋਈ ਆ, ਤੁਸੀਂ ਇੱਥੇ ਹੋਰ ਇੱਕ ਵਾਰੀ ਦੁਬਾਰਾ ਵੀ ਦੇਖ ਲਓ ਚੰਗੀ ਤਰ੍ਹਾਂ। ਠੀਕ ਹੈ ਜੀ। ਤੇ ਹੁਣ ਦੋਸਤੋ ਇਹ ਜਿਹੜਾ ਸ਼ਾਂਤੀ ਗੈਸ ਪੇਪਰ ਸਾਡੇ ਕੋਲ ਆ, ਇਹ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਇਹ ਦਿੱਤਾ ਹੋਇਆ ਵਾ। ਠੀਕ ਹੈ ਜੀ, ਜਿਵੇਂ ਕਿ ਆਹ ਦੇਖ ਲਓ ਦੋਸਤੋ, ਆਹ ਤੁਹਾਡੇ ਜਿਹੜੇ ਪਹਿਲੇ ਪ੍ਰਸ਼ਨ ਹੈ ਇੰਗਲਿਸ਼ ਦੇ ਵਿੱਚ ਦਿੱਤੇ ਹੋਏ ਹਨ। ਠੀਕ ਹੈ ਜੀ, ਤੇ ਥੱਲੇ ਦੋਸਤੋ ਨਾ ਪੰਜਾਬੀ ਦੇ ਵਿੱਚ ਦਿੱਤਾ ਹੋਇਆ ਵਾ। ਜਿਵੇਂ ਕਿ ਤੁਸੀਂ ਆਹ ਪਹਿਲਾ ਪ੍ਰਸ਼ਨ ਇੰਗਲਿਸ਼ ਮੀਡੀਅਮ ਵਾਲੇ ਦੇਖ ਰਹੇ ਹੋ। ਠੀਕ ਹੈ ਜੀ, ਤਾਂ ਥੱਲੇ ਸਭ ਤੋਂ ਪਹਿਲਾਂ ਆਪਾਂ ਚਲੋ ਪੰਜਾਬੀ ਮੀਡੀਅਮ ਵਾਲਿਆਂ ਦਾ ਦੇਖਦੇ ਹਾਂ, ਫਿਰ ਦੋਸਤੋ ਇੰਗਲਿਸ਼ ਮੀਡੀਅਮ ਦਾ ਦੇਖਾਂਗੇ। ਤਾਂ ਦੇਖੋ ਦੋਸਤੋ, ਤੁਹਾਡੇ ਇੰਗਲਿਸ਼ ਪੰਜਾਬੀ ਮੀਡੀਅਮ ਦੇ ਪ੍ਰਸ਼ਨ ਇੱਥੇ ਦਿੱਤੇ ਹੋਏ ਨੇ। ਤਾਂ ਦੇਖੋ ਦੋਸਤੋ, ਇਹਦੇ ਵਿੱਚ ਪਹਿਲਾ ਪ੍ਰਸ਼ਨ ਨੰਬਰ 6 ਪਾ ਕੇ ਇਹਨਾਂ ਨੇ ਪੰਜਾਬੀ ਅਨੁਵਾਦ ਦੇ ਵਿੱਚ ਪਹਿਲਾ ਪ੍ਰਸ਼ਨ ਲਿਖਿਆ ਵਾ ਕਿ ਭਾਰਤ ਵਿੱਚ ਊਰਜਾ ਦੇ ਵਿਭਿੰਨ ਸਰੋਤਾਂ ਦਾ ਜਿਹੜਾ ਹੈਗਾ ਵਾ ਵਰਣਨ ਕਰੋ। ਤਾਂ ਚਲੋ ਦੇਖਦੇ ਹਾਂ ਆਂਸਰ ਇਸਦਾ। ਤਾਂ ਆਹ ਦੇਖੋ ਦੋਸਤੋ, ਸੂਰਜ ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ ਹੈ। ਹੋਰ ਊਰਜਾ ਸਰੋਤ ਵਿੱਚ ਕੋਲਾ, ਭੂ ਥਰਮਲ ਊਰਜਾ, ਪੌਣ ਊਰਜਾ, ਬਾਇਓ ਮਾਸ, ਪੈਟਰੋਲ, ਪਰਮਾਣੂ ਊਰਜਾ ਤੇ ਜਿਹੜਾ ਹੈਗਾ ਊਰਜਾ ਦੇ ਹੋਰ ਊਰਜਾ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ। ਨਵਿਆਉਣਯੋਗ ਸਰੋਤਾਂ ਅਤੇ ਊਰਜਾ ਦੇ ਗੈਰ ਨਵਿਆਉਣਯੋਗ ਸਰੋਤਾਂ ਵਜੋਂ ਸਥਿਰਤਾ ਤੇ ਆਧਾਰਿਤ ਕਈ ਜਿਹੜੇ ਹੈਗੇ ਕਿਸਮਾਂ ਸ਼ਾਮਿਲ ਹਨ। ਤਾਂ ਇਹ ਆਪਣਾ ਪ੍ਰਸ਼ਨ ਆ। ਤੇ ਦੂਸਰਾ ਪ੍ਰਸ਼ਨ ਕੀ ਹੈ ਦੋਸਤੋ, ਭਾਰਤ ਵਿੱਚ ਬੇਰੁਜ਼ਗਾਰੀ ਦੇ 6 ਪ੍ਰਭਾਵ ਲਿਖੋ। ਤਾਂ ਦੋਸਤੋ ਦੇਖੋ ਆਨਸਰ ਇਸਦਾ ਕੀ ਹੈ। ਹਾਂਜੀ, ਭਾਰਤ ਵਿੱਚ ਜਿਹੜਾ ਹੈਗਾ ਵਾ ਬੇਰੁਜ਼ਗਾਰੀ ਦੇ ਪ੍ਰਭਾਵ ਤਾਂ ਦੇਖੋ, ਮਨੁੱਖੀ ਸ਼ਕਤੀ ਸਰੋਤ ਦੀ ਬਰਬਾਦੀ, ਉਹ ਲੋਕ ਜੋ ਆਰਥਿਕਤਾ ਲਈ ਦੋਸਤੋ ਸੰਪत्ति ਹਨ ਇੱਕ ਦੇਣਦਾਰੀ ਵਿੱਚ ਬਦਲ ਜਾਂਦੇ ਹਨ। ਤੀਸਰਾ, ਨੌਜਵਾਨਾਂ ਵਿੱਚ ਦੋਸਤੋ ਨਿਰਾਸ਼ਾ ਅਤੇ ਨਿਰਾਸ਼ਾ ਦੀ ਭਾਵਨਾ। ਠੀਕ ਹੈ ਜੀ, ਲੋਕਾਂ ਕੋਲ ਜਿਹੜਾ ਹੈਗਾ ਦੋਸਤੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੈਸੇ ਨਹੀਂ ਹਨ। ਸਿਹਤ ਦੀ ਹਾਲਤ ਵਿੱਚ ਗਿਰਾਵਟ ਆ ਰਹੀ ਹੈ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਤਾਂ ਇਹ ਦੋਸਤੋ ਤੁਹਾਡੇ 5 ਪੁਆਇੰਟ ਹੈਗੇ ਆ, ਇੱਥੇ 6 ਲਿਖੇ ਹੋਏ ਸੀਗੇ, ਆਪਾਂ 5 ਦੱਸਦੇ, ਇੱਕ ਤੁਸੀਂ ਖੁਦ ਕਰ ਲੈਣਾ ਵਾ। ਤੀਸਰਾ ਪ੍ਰਸ਼ਨ, ਸੁਤੰਤਰਤਾ ਪ੍ਰਾਪਤੀ ਸਮੇਂ ਦੋਸਤੋ ਭਾਰਤੀ ਅਰਥ ਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਤਾਂ ਦੋਸਤੋ ਚਲੋ ਦੇਖਦੇ ਹਾਂ ਇਸਦਾ ਆਂਸਰ। ਆਹ ਦੇਖੋ ਦੋਸਤੋ, ਆਜ਼ਾਦੀ ਦੀ ਪੂਰਵ ਸੰਧਿਆ ਤੇ ਭਾਰਤੀ ਅਰਥਚਾਰੇ ਦੀਆਂ ਵਿਸ਼ੇਸ਼ਤਾਵਾਂ ਕੀ ਸਨ। ਤਾਂ ਦੋਸਤੋ ਦੇਖੋ, ਆਜ਼ਾਦੀ ਦੀ ਪੂਰਵ ਸੰਧਿਆ ਤੇ ਭਾਰਤੀ ਅਰਥ ਵਿਵਸਥਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਸੀਗੀਆਂ। ਮਾੜੀ ਬੁਨਿਆਦੀ ਢਾਂਚਾ ਸੀਗਾ, ਖੇਤੀ ਤੇ ਨਿਰਭਰਤਾ। ਠੀਕ ਹੈ ਜੀ, ਘੱਟ ਪ੍ਰਤੀ ਵਿਅਕਤੀ ਆਮਦਨ ਸੀ ਤੇ ਅਨਪੜ੍ਹਤਾ ਸੀ। ਇਹ ਤੁਹਾਡਾ ਆਂਸਰ ਹੋ ਜਾਏਗਾ। ਅੱਗੇ ਦੋਸਤੋ, ਆਰਗੈਨਿਕ ਖੇਤੀ ਕੀ ਹੈ, ਇਸਦੇ ਜਿਹੜੇ ਹੈਗੇ ਆ ਲਾਭ ਲਿਖੋ। ਤਾਂ ਦੋਸਤੋ ਦੇਖੋ ਕੀ ਹੈ, ਹਾਂਜੀ ਜੈਵਿਕ ਖੇਤੀ, ਗੱਲ ਇੱਕ ਹੀ ਹੈ ਦੋਸਤੋ। ਜੈਵਿਕ ਖੇਤੀ ਪੰਜਾਬੀ ਦੇ ਵਿੱਚ ਕਹਿੰਦੇ ਆ, ਆਰਗੈਨਿਕ ਫਾਰਮ ਜਿਹੜਾ ਹੈਗਾ ਵਾ ਇੰਗਲਿਸ਼ ਦੇ ਵਿੱਚ ਕਹਿੰਦੇ ਆ। ਤਾਂ ਦੇਖੋ ਦੋਸਤੋ ਕੀ ਹੈ, ਤਾਂ ਜੈਵਿਕ ਖੇਤੀ ਦੋਸਤੋ ਰਸਾਇਣਾਂ, ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਫਸਲਾਂ ਉਗਾਉਣ ਦਾ ਇੱਕ ਤਰੀਕਾ ਹੈ। ਰਸਾਇਣਿਕ ਮੁਕਤ ਪਾਣੀ, ਕੁਦਰਤੀ ਖਾਦਾਂ ਅਤੇ ਕੁਦਰਤੀ ਕੀਟ ਪ੍ਰਬੰਧਨ ਸਭ ਤੋਂ ਵਰਤੇ ਜਾਂਦੇ ਹਨ। ਠੀਕ ਹੈ ਜੀ, ਖਾਦ ਇੱਕ ਪਦਾਰਥ ਹੈ ਸੁਧਾਰ ਕਰਨ ਲਈ ਦੋਸਤੋ ਜ਼ਮੀਨ ਜਾਂ ਫਿਰ ਮਿੱਟੀ 'ਤੇ ਲਾਗੂ ਕੀਤਾ ਗਿਆ ਹੈ। ਪੌਦੇ ਦੇ ਵਿਕਾਸ, ਕੀਟਨਾਸ਼ਕ ਇੱਕ ਰਸਾਇਣਿਕ ਪਦਾਰਥ ਹੈ ਦੋਸਤੋ ਜੋ ਜਾਨਵਰਾਂ ਨੂੰ ਮਾਰਨ ਲਈ ਜਿਹੜਾ ਹੈਗਾ ਵਰਤਿਆ ਜਾਂਦਾ ਹੈ, ਖਾਸ ਤੌਰ 'ਤੇ ਦੋਸਤੋ ਕੀੜੇ ਜੋ ਭੋਜਨ ਦੀਆਂ ਫਸਲਾਂ ਨੂੰ ਖਾਂਦੇ ਹਨ। ਜੈਵਿਕ ਖੇਤੀ ਦੇ ਦੋਸਤੋ ਕੀ ਫਾਇਦੇ ਨੇ। ਤਾਂ ਦੇਖੋ ਦੋਸਤੋ, ਜੈਵਿਕ ਦੀ ਵਰਤੋਂ ਕਰਕੇ ਦੋਸਤੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਿਆ ਜਾਂਦਾ ਹੈ। ਖੇਤੀ ਦੇ ਢੰਗ, ਠੀਕ ਹੈ ਜੀ। ਤਾਂ ਦੇਖੋ ਅੱਗੇ ਦੋਸਤੋ, ਇਹ ਕੁਦਰਤੀ ਚੱਕਰਾਂ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜਿਹੜਾ ਹੈਗਾ ਵਾ ਮਾਈਕਰੋਬਾਇਲ ਆਬਾਦੀ ਨੂੰ ਬਹਾਲ ਕਰਨ ਦੀ ਇਜਾਜ਼ਤ ਦਿੰਦੇ ਹਨ। ਠੀਕ ਹੈ, ਤੀਸਰਾ ਪੁਆਇੰਟ ਕੀ ਹੈ, ਸਾਨੂੰ ਜੋ ਫਸਲ ਮਿਲਦੀ ਹੈ ਉਹ ਵੀ ਰਸਾਇਣਿਕ ਮੁਕਤ ਹੁੰਦੀ ਹੈ, ਜਿਸ ਨਾਲ ਦੋਸਤੋ ਸੇਵਨ ਕਰਨਾ ਸਿਹਤਮੰਦ ਹੁੰਦਾ ਹੈ। ਰਸਾਇਣਿਕ ਖਾਦਾਂ ਅਤੇ ਹੋਰ ਰਸਾਇਣੀ ਜਿਹੜਾ ਹੈਗਾ ਦੀ ਵਰਤੋਂ ਨਾ ਕੀਤੇ ਜਾਣ 'ਤੇ ਖੇਤਾਂ ਤੋਂ ਮੀਂਹ ਦਾ ਪਾਣੀ ਅਤੇ ਭੰਡਾਰ ਨੂੰ ਘੱਟ ਪ੍ਰਦੂਸ਼ਿਤ ਇਹ ਕਰਦਾ ਹੈ। ਤਾਂ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਕੀ ਹੈ ਇੱਥੇ, ਆਰਥਿਕ ਨੀਤੀ ਦੀਆਂ 5 ਸਾਲ ਯੋਜਨਾਵਾਂ ਦੀ ਕਮੀ ਅਤੇ ਸਫਲਤਾ ਬਾਰੇ ਜਿਹੜਾ ਹੈਗਾ ਵਾ ਲਿਖੋ। ਤਾਂ ਦੋਸਤੋ ਆਨਸਰ ਇਸਦਾ ਇਹ ਹੈ, ਆਹ ਦੇਖੋ, ਪਹਿਲੀ 5 ਸਾਲ ਯੋਜਨਾ ਦੀਆਂ ਕਮੀਆਂ ਕੀ ਸਨ। ਤਾਂ ਦੋਸਤੋ ਦੇਖੋ, ਇਸ ਯੋਜਨਾ ਦਾ ਮੁੱਖ ਨੁਕਸਾਨ ਇਹ ਸੀ ਕਿ ਜੇਕਰ ਹਰ ਸਾਲ ਟੀਚਿਆਂ ਨੂੰ ਸੋਧਿਆ ਜਾਵੇ ਤਾਂ 5 ਸਾਲ ਦੇ ਸਮੇਂ ਵਿੱਚ ਸਿੱਖੇ ਗਏ ਟੀਚਿਆਂ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੋ ਗਿਆ ਅਤੇ ਇਹ ਗੁੰਝਲਦਾਰ ਯੋਜਨਾ ਬਣ ਗਈ। ਨਾਲ ਹੀ ਦੋਸਤੋ ਲਗਾਤਾਰ ਸ਼ੋਧਾਂ ਦੇ ਨਤੀਜੇ ਵਜੋਂ ਅਰਥ ਵਿਵਸਥਾ ਵਿੱਚ ਸਥਿਰਤਾ ਦੀ ਕਮੀ ਆਈ ਹੈ। ਠੀਕ ਹੈ ਜੀ, ਤੇ 5 ਸਾਲ ਯੋਜਨਾਵਾਂ ਦੀਆਂ ਸਫਲਤਾ ਕੀ ਸਨ। ਤਾਂ ਦੋਸਤੋ ਪਹਿਲੀ 5 ਸਾਲ ਯੋਜਨਾਵਾਂ ਦੀਆਂ ਸਫਲਤਾ, ਹਾਲਾਂਕਿ ਯੋਜਨਾ ਦੁਆਰਾ ਨਿਰਧਾਰਿਤ ਕੀਤੇ ਗਏ ਬਹੁਤ ਸਾਰੇ ਟੀਚਿਆਂ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਵਾ ਪੂਰਾ ਨਹੀਂ ਕੀਤਾ ਗਿਆ। ਠੀਕ ਹੈ ਜੀ, ਪਰ ਕਈ ਆਰਥਿਕ ਖੇਤਰ ਸਨ ਜਿਨ੍ਹਾਂ ਨੇ ਅਜੇ ਵੀ ਦੋਸਤੋ ਆਪਣੇ ਉਤਪਾਦਨ ਵਿੱਚ ਵੱਡਾ ਜਿਹੜਾ ਹੈਗਾ ਦੋਸਤੋ ਵਾਧਾ ਦੇਖਿਆ ਤੇ ਪੂੰਜੀ ਵਸਤੂਆਂ ਵਰਗੇ ਖੇਤਰਾਂ ਵਿੱਚ 158% ਇੱਥੇ ਲਿਖਿਆ ਹੋਇਆ 158% ਦਾ ਵਾਧਾ ਹੋਇਆ। ਖਪਤਕਾਰ ਵਸਤਾਂ ਵਿੱਚ ਦੋਸਤੋ 87% ਦਾ ਵਾਧਾ ਹੋਇਆ ਅਤੇ ਕੁੱਲ ਉਦਯੋਗਿਕ ਉਤਪਾਦਨ ਵਿੱਚ 118% ਦਾ ਵਾਧਾ ਹੋਇਆ। ਇਹ ਆਨਸਰ ਤੁਸੀਂ ਲਿਖ ਦੇਣਾ ਵਾ। ਅੱਗੇ ਦੋਸਤੋ ਸਿਹਤ ਸੰਬੰਧੀ ਸਮੱਸਿਆ ਬਾਰੇ, ਠੀਕ ਹੈ ਜੀ, ਉਹਨਾਂ ਦੇ ਬਾਰੇ ਜਿਹੜਾ ਹੈਗਾ ਸੁਝਾਅ ਬਾਰੇ ਵੀ
ਲਿਖੋ। ਠੀਕ ਹੈ, ਸਿਹਤ ਸੰਬੰਧੀ ਸਮੱਸਿਆ ਬਾਰੇ ਲਿਖੋ ਅਤੇ ਉਹਨਾਂ ਦੇ ਸੁਝਾਅ ਬਾਰੇ ਵੀ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ ਇਸ ਦਾ। ਤਾਂ ਦੇਖੋ, ਹਾਲ ਹੀ ਦੇ ਸਾਲਾਂ ਵਿੱਚ ਭਾਰਤ ਨੇ ਵਿਸ਼ਾਲ ਸਿਹਤ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਸ਼ੁਰੂਆਤ ਕੀਤੀ। ਇਹ ਮੌਤ ਦਰ ਵਿੱਚ ਗਿਰਾਵਟ, ਬਾਲ ਮੌਤ ਦਰ ਅਤੇ ਜੀਵਨ ਸੰਭਾਵਨਾ ਵਿੱਚ ਵਾਧੇ ਤੋਂ ਸਪਸ਼ਟ, ਪਰ ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰਨ ਦੀ ਲੋੜ ਹੈ। ਭਾਰਤੀ ਸਿਹਤ ਸੰਭਾਲ ਵਿੱਚ ਹੇਠ ਲਿਖੀਆਂ ਕੁਝ ਕਮੀਆਂ ਹਨ, ਜਿਵੇਂ ਕਿ ਸਿਹਤ ਸੰਭਾਲ ਦੀਆਂ ਅਸਮਾਨ ਵੰਡ ਹੈ। ਠੀਕ ਹੈ, ਸਿਹਤ ਸੰਭਾਲ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਅਸਮਾਨ ਵੰਡੀਆਂ ਜਾਂਦੀਆਂ ਹਨ। ਪੇਂਡੂ ਖੇਤਰ ਵਿੱਚ 70% ਸਮਰਥਨ ਕਰਦੇ ਹਨ। ਠੀਕ ਹੈ ਜੀ। ਅੱਗੇ ਹੈ ਦੋਸਤੋ, ਆਬਾਦੀ ਸਿਰਫ ਜਿਹੜੀ ਹੈਗੀ 5 ਹਸਪਤਾਲ ਹਨ, ਜਿਵੇਂ ਕਿ ਇਸ ਤੋਂ ਇਲਾਵਾ ਡਾਕਟਰ ਜਨਸੰਖਿਆ ਦੇ ਅਨੁਪਾਤ 1:2 ਦੇ ਬਰਾਬਰ ਹੈ। ਠੀਕ ਹੈ ਜੀ। ਇਸ ਦਾ ਮਤਲਬ ਹੈ ਕਿ ਬਈ ਭਾਰਤ ਵਿੱਚ ਹਰ 2000 ਲੋਕਾਂ ਪਿੱਛੋਂ ਜਿਹੜਾ ਹੈਗਾ ਵਾ, ਹਾਂਜੀ, ਇੱਥੇ 1:2000, ਇਹ 1:2000 ਦੇ ਇਸ ਤਰ੍ਹਾਂ ਲਿਖਿਆ ਹੋਇਆ ਵਾ ਇਹਨਾਂ ਨੇ। ਅਤੇ ਜਿਹੜੇ ਹੈਗੇ ਹਰ 2000 ਲੋਕਾਂ ਪਿੱਛੋਂ ਸਿਰਫ 1 ਡਾਕਟਰ ਹੈ। ਠੀਕ ਹੈ ਜੀ। ਪਿੰਡ ਵਿੱਚ ਜਿਹੜਾ ਹੈਗਾ ਵਾ ਅੱਧੀਆਂ ਡਿਸਪੈਂਸਰੀਆਂ ਹੀ ਸਥਾਪਿਤ ਹਨ। ਜ਼ਿਆਦਾਤਰ ਸਿਹਤ ਸਹੂਲਤਾਂ ਸ਼ਹਿਰੀ ਖੇਤਰ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ। ਤਾਂ ਇਹ ਤੁਹਾਡਾ ਆਨਸਰ ਆ। ਅਗਲਾ ਦੋਸਤੋ ਕੁਛ ਹੋਰ ਵੀ ਲਿਖਿਆ ਇਹਨਾਂ ਨੇ, ਹਾਂਜੀ। ਤਾਂ ਦੋਸਤੋ ਅੱਗੇ ਤੁਹਾਡਾ ਇਹ ਅੱਗੇ ਇਹੀ ਹੈ ਬਸ। ਠੀਕ ਹੈ ਜੀ। ਅਤੇ ਅੱਗੇ ਦੋਸਤੋ ਇਹਨਾਂ ਨੇ ਕੀ ਲਿਖਿਆ ਵਾ, ਹਾਂਜੀ। ਤਾਂ ਦੋਸਤੋ ਇਹਦੇ ਸੁਝਾਅ ਵੀ ਲਿਖੇ ਹੋਏ ਸੀਗੇ। ਠੀਕ ਹੈ ਜੀ। ਸੁਝਾਅ ਕੀ ਨੇ? ਤਾਂ ਦੇਖੋ ਦੋਸਤੋ, ਇਹਨਾਂ ਦੇ ਸੁਝਾਅ ਇਹੀ ਨੇ। ਸਾਡੇ ਦੇਸ਼ ਦੀ ਸਿਹਤ ਸੰਬੰਧੀ ਨੂੰ ਹੇਠ ਲਿਖੇ ਤਰੀਕਿਆਂ ਨਾਲ ਦੋਸਤੋ ਸੁਧਾਰਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਦੋਸਤੋ, ਮਾੜੀ ਜਿਹੜੀ ਹੈਗੀ ਸਵੱਛਤਾ, ਤਾਜ਼ੇ ਪਾਣੀ ਤੱਕ ਪਹੁੰਚ ਦੀ ਘਾਟ, ਮਾੜੀ ਸਫਾਈ 'ਤੇ ਕੰਮ ਕਰੋ। ਗਲਤ ਬਰਬਾਦੀ ਦੇ ਨਿਪਟਾਰੇ ਢੰਗ ਦੇ ਵਿੱਚ ਡਾਕਟਰ, ਨਰਸਾਂ ਅਤੇ ਦੋਸਤੋ ਕੀ ਹੈ ਫਾਰਮਾਸਿਸਟਾਂ ਦੀ ਨਿਯੁਕਤੀ ਵਿੱਚ ਸੁਧਾਰ ਕੀਤਾ ਗਿਆ ਹੈ। ਡਾਕਟਰੀ ਕਰਮਚਾਰੀਆਂ ਨੂੰ ਕਮੀ ਨੂੰ ਦੂਰ ਕਰਨ ਲਈ ਦੋਸਤੋ ਰਾਸ਼ਟਰੀ ਸਿਹਤ ਸੰਭਾਲ ਪ੍ਰਣਾਲੀ ਇੱਕ ਹੈਲਥ ਕੇਅਰ ਸਿਸਟਮ ਵਿਕਸਿਤ ਕਰੋ, ਜੋ ਪ੍ਰਦਾਨ ਕਰਨ ਲਈ ਦੋਸਤੋ ਸਮਰਪਿਤ ਤੌਰ 'ਤੇ ਦੋਸਤੋ ਕੰਮ ਕਰੇਗੀ। ਅਤੇ ਭਾਰਤੀ ਦੇ ਪੇਂਡੂ ਖੇਤਰਾਂ ਵਿੱਚ ਘੱਟ ਸਮੇਂ ਵਿੱਚ ਦੋਸਤੋ ਡਾਕਟਰੀ ਸਹਾਇਤਾ, ਹੈਲਥ ਕੇਅਰ ਵਿਕਾਸ ਲਈ ਦੋਸਤੋ ਸਿਹਤ ਸੰਭਾਲ ਖਰਚ ਵਧਾਓ। ਡਰੱਗ ਜਿਹੜਾ ਹੈਗਾ ਦੋਸਤੋ ਜਨਤਕ ਫਾਰਮੇਸੀਆਂ ਦੀ ਵੰਡ ਅਤੇ ਵਿਕਰੀ ਨੂੰ ਦੋਸਤੋ ਨਿਯਮਿਤ ਕਰਨਾ ਅਕਸਰ ਖਤਮ ਹੋ ਜਾਂਦਾ ਹੈ। ਮੁਫਤ ਦਵਾਈਆਂ ਇਹ ਸਿਹਤ ਸੇਵਾਵਾਂ ਨੂੰ ਲਾਗਤ ਨੂੰ ਘਟਾਉਣ ਵਿੱਚ ਮਦਦ ਕਰੇਗੀ। ਭਾਰਤ ਸਰਕਾਰ ਨੂੰ ਕੁਝ ਲਾਗੂ ਕਰਨ ਲਈ ਦੋਸਤੋ ਪਹਿਲਾਂ ਕਰਨੀ ਚਾਹੀਦੀ ਹੈ। ਸਿਹਤ ਸੰਭਾਲ ਪ੍ਰਣਾਲੀ ਦੇ ਸੱਭਿਆਚਾਰਕ ਢੰਗ ਤੋਂ ਹੋਰ ਪ੍ਰਭਾਵਸ਼ਾਲੀ ਭੁਗਤਾਨ ਵਿਧੀ ਦੀ ਲੋੜ, ਮੁੱਢਲੀ ਸਿਹਤ ਸੰਭਾਲ ਦੀ ਬੁਨਿਆਦੀ ਢਾਂਚੇ ਦੀ ਮੰਗ, ਪੇਂਡੂ ਖੇਤਰਾਂ ਵਿੱਚ ਮੁਫਤ ਸਿਹਤ ਜਾਂਚ ਮੁਹਿੰਮ ਦਾ ਪ੍ਰਬੰਧ ਕਰੋ। ਗੈਰ ਸੰਚਾਰੀ ਬਿਮਾਰੀਆਂ ਅਤੇ ਇਸ ਦੇ ਜਿਹੜੇ ਹੈਗੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਪ੍ਰੋਗਰਾਮ ਚਲਾਓ। ਹਸਪਤਾਲ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਮਾਨਤਾ ਦੁਆਰਾ ਪਾਰਦਰਸ਼ਤਾ ਦੀ ਸ਼ੁਰੂਆਤ ਕਰੋ। ਤਾਂ ਇਸ ਤਰ੍ਹਾਂ ਤੁਸੀਂ ਆਨਸਰ ਇਹ ਲਿਖ ਲੈਣਾ ਵਾ। ਅਗਲਾ ਪ੍ਰਸ਼ਨ ਦੋਸਤੋ ਕੀ ਇੱਥੇ ਪੇਂਡੂ ਕ੍ਰੈਡਿਟ ਦੇ ਸਰੋਤਾਂ ਬਾਰੇ ਲਿਖੋ। ਤਾਂ ਦੋਸਤੋ ਦੇਖੋ ਆਹ ਕੀ ਆ, ਇਹੀ ਹੈ ਨਾ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ। ਇਹ ਕਰਜ਼ੇ ਦਾ ਸਰੋਤ ਹਨ। ਪੇਂਡੂ ਕਰਜ਼ੇ ਦੇ ਸਭ ਤੋਂ ਜਿਹੜੇ ਹੈਗੇ ਕਿਫਾਇਤੀ ਅਤੇ ਮਹੱਤਵਪੂਰਨ ਸਰੋਤ ਹੈ। ਇਸ ਦੀ ਸਥਾਪਨਾ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਦੋਸਤੋ ਕਰਜ਼ੇ ਦੀਆਂ ਪੂਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਸਹਿਕਾਰੀ ਕ੍ਰੈਡਿਟ ਤੋਂ ਬਾਅਦ ਦੋਸਤੋ ਸਮਾਜ ਲਗਾਤਾਰ ਜਿਹੜਾ ਹੈਗਾ ਵਾ ਤਰੱਕੀ ਕਰਦਾ ਗਿਆ। ਸ਼ੁਰੂਆਤ ਲਈ ਜਿਹੜਾ ਹੈਗਾ ਕੁਝ ਸਾਲਾਂ ਵਿੱਚ। ਠੀਕ ਹੈ ਜੀ। ਅਤੇ ਅੱਗੇ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਇੱਥੇ, ਹਾਂਜੀ, ਖੇਤੀ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਇਸ ਨੂੰ ਐਕਸਪਲੇਨ ਕਰੋ। ਤਾਂ ਦੋਸਤੋ ਦੇਖੋ, ਖੇਤੀ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਇਸ ਨੂੰ ਬਿਆਨ ਕਰੋ। ਤਾਂ ਦੇਖੋ ਦੋਸਤੋ ਕੀ ਹੈ, ਖੇਤੀ ਦਾ ਭਾਰਤ ਅਰਥ ਵਿਵਸਥਾ ਵਿੱਚ ਇੱਕ ਕੇਂਦਰੀ ਸਥਾਨ ਹੈ। ਠੀਕ ਹੈ ਜੀ। ਖੇਤੀ ਜਿਹੜਾ ਹੈਗਾ ਵਾ ਭਾਰਤੀ ਅਰਥ ਵਿਵਸਥਾ ਵਿੱਚ ਰੁਜ਼ਗਾਰ ਦੇ ਪੱਖ ਤੋਂ ਸਭ ਤੋਂ ਮਹੱਤਵਪੂਰਨ ਖੇਤਰ ਹੈ। ਇਸ ਤੋਂ ਦੋਸਤੋ ਰਾਸ਼ਟਰੀ ਆਮਦਨ ਵਿੱਚ ਵੀ 15.3% ਹਿੱਸੇ ਦੀ ਪ੍ਰਾਪਤੀ ਹੁੰਦੀ ਹੈ। ਖੇਤੀ ਖੇਤਰ ਵਿੱਚ ਕਾਰਜਸ਼ੀਲ ਜਨਸੰਖਿਆ 46.2% ਜਿਹੜਾ ਹੈਗਾ ਹਿੱਸਾ ਪ੍ਰਤੱਖ ਰੂਪ ਵਿੱਚ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਦੋਸਤੋ ਬਹੁਤ ਸਾਰੇ ਵਿਅਕਤੀ ਖੇਤੀ ਉੱਤੇ ਹੀ ਨਿਰਭਰ ਧੰਦਿਆਂ ਵਿੱਚ ਕੰਮ ਕਰਕੇ ਰੁਜ਼ਗਾਰ ਪ੍ਰਾਪਤ ਕਰਦੇ ਹਨ। ਠੀਕ ਹੈ ਜੀ। ਅਤੇ ਇਹ ਉਦਯੋਗਿਕ ਵਿਕਾਸ ਵਿੱਚ ਵੀ ਸਹਾਇਕ ਹਨ। ਖੇਤੀ ਜਨਸੰਖਿਆ ਦੀਆਂ ਭੋਜਨ ਲੋੜਾਂ ਨੂੰ ਵੀ ਪੂਰੀ ਕਰਦੀ ਹੈ। ਇਹ ਵਪਾਰ, ਆਵਾਜਾਈ ਅਤੇ ਦੂਜੀਆਂ ਸੇਵਾਵਾਂ ਦੇ ਵਿਕਾਸ ਵਿੱਚ ਵੀ ਸਹਾਇਕ ਹੈ। ਅਸਲ ਵਿੱਚ ਦੋਸਤੋ ਸਾਡੀ ਅਰਥ ਵਿਵਸਥਾ ਦੀ ਸੰਪੰਨਤਾ ਖੇਤੀ ਦੀ ਸੰਪੰਨਤਾ ਉੱਤੇ ਜਿਹੜੀ ਹੈਗੀ ਹੈ ਸੰਪੰਨਤਾ ਉੱਤੇ ਨਿਰਭਰ ਕਰਦੀ ਹੈ। ਇਸ ਲਈ ਦੋਸਤੋ ਇਹ ਕਹਿਣ ਵਿੱਚ ਤਿੱਖਤਨੀ ਨਹੀਂ ਹੋਵੇਗੀ, ਖੇਤੀ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਠੀਕ ਹੈ ਜੀ। ਅੱਗੇ ਦੋਸਤੋ ਪ੍ਰਸ਼ਨ ਕੀ ਆਪਣਾ, ਨਿਵੇਸ਼ ਗੁਣਾਂਕ ਕੀ ਹੈ, ਇਸ ਦੀ ਜਿਹੜੀ ਕਾਰਜਵਿਧੀ ਜਿਹੜਾ ਹੈਗਾ ਦੋਸਤੋ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਨਿਵੇਸ਼ ਗੁਣਾਂਕ ਕੀ ਹੈ। ਤਾਂ ਦੇਖੋ ਮਿਆਦ ਨਿਵੇਸ਼ ਗੁਣਾਂਕ ਇਸ ਧਾਰਨਾ ਨੂੰ ਦਰਸਾਉਂਦਾ ਹੈ ਕਿ ਜਨਤਕ ਜਾਂ ਫਿਰ ਨਿੱਜੀ ਨਿਵੇਸ਼ਕ ਖਰਚਿਆਂ ਵਿੱਚ ਕਿਸੇ ਵੀ ਵਾਧੇ ਦਾ ਸਮੁੱਚੀ ਅਨੁਪਾਤਕ ਸਕਾਰਾਤਮਕ ਪ੍ਰਭਾਵ ਨਾਲੋਂ ਆਮਦਨ ਅਤੇ ਆਮ ਆਰਥਿਕਤਾ 'ਤੇ ਜ਼ਿਆਦਾ ਅਸਰ ਪੈਂਦਾ ਹੈ। ਇਸ ਦੀ ਠੀਕ ਹੈ ਜੀ। ਤਾਂ ਇਸ ਦੀ ਜਿਹੜੀ ਹੈਗੀ ਜੜ ਜੋਹਨ ਮੇਰੰਡ ਦੇ ਆਰਥਿਕ ਸਿਧਾਂਤ ਵਿੱਚ ਹੈਗਾ। ਠੀਕ ਹੈ ਜੀ। ਅਤੇ ਇਹਦੇ ਵਿੱਚ ਦੋਸਤੋ ਇਹਨਾਂ ਦਾ ਫਾਰਮੂਲਾ ਦੇਖ ਲਓ ਕੀ ਆ, ਫਾਰਮੂਲਾ ਆਫ ਇਨਵੈਸਟਮੈਂਟ ਮਲਟੀਪਲਾਇਰ, ਯਾਨੀ ਕਿ ਨਿਵੇਸ਼ ਗੁਣਾਂਕ ਜਿਹੜਾ ਤੁਹਾਡਾ ਦਿੱਤਾ ਹੋਇਆ ਇਹ ਇਹਦਾ ਫਾਰਮੂਲਾ ਦਿੱਤਾ ਹੋਇਆ ਵਾ। ਠੀਕ ਹੈ ਜੀ। ਤੁਸੀਂ ਇਸ ਨੂੰ ਵੀ ਦੇਖ ਸਕਦੇ ਹੋ, ਇਹ ਵਾਲਾ ਜਿਹੜਾ ਤੁਹਾਡਾ ਦਿੱਤਾ ਹੋਇਆ ਨਾ ਕਿਹੜਾ ਪ੍ਰਸ਼ਨ ਸੀਗਾ ਆਪਣਾ, ਨਿਵੇਸ਼ ਗੁਣਾਂਕ ਦਾ। ਅੱਗੇ ਹੈ ਵਪਾਰਕ ਬੈਂਕਾਂ ਦੇ ਕਾਰਜ ਨੂੰ ਜਿਹੜਾ ਹੈਗਾ ਵਾ ਵਿਸਤਾਰ ਨਾਲ ਲਿਖੋ। ਠੀਕ ਹੈ ਜੀ। ਵਪਾਰਕ ਬੈਂਕਾਂ ਦੇ ਕਾਰਜ ਲਿਖਣ ਲਈ ਕਿਹਾ ਗਿਆ ਵਾ। ਤਾਂ ਦੋਸਤੋ ਦੇਖੋ ਵਪਾਰਕ ਬੈਂਕਾਂ ਦੇ ਕਾਰਜ ਦੇਖ ਲੈਂਦੇ ਹਾਂ ਪਹਿਲਾਂ।
ਆ ਦੇਖੋ ਦੋਸਤੋ ਵਪਾਰਕ ਬੈਂਕਾਂ ਦੇ ਕਾਰਜ ਜਾਂ ਫਿਰ ਕੰਮ ਇੱਕ ਹੀ ਗੱਲ ਹੈ ਇੱਥੇ, ਫੰਕਸ਼ਨ ਆਫ ਕਮਰਸ਼ੀਅਲ ਬੈਂਕਸ। ਤਾਂ ਦੇਖੋ ਦੋਸਤੋ ਵਪਾਰਕ ਬੈਂਕਾਂ ਦੇ ਮੁੱਖ ਕੰਮ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕਿ ਜਮ੍ਹਾਂ ਰਾਸ਼ੀ ਪ੍ਰਾਪਤ ਕਰਨਾ, ਠੀਕ ਹੈ ਜੀ। ਤਾਂ ਵਪਾਰਕ ਬੈਂਕ ਲੋਕਾਂ ਤੋਂ ਜਿਹੜਾ ਹੈਗਾ ਜਮ੍ਹਾਂ ਰਾਸ਼ੀ ਪ੍ਰਾਪਤ ਕਰਦੇ ਹਨ ਅਤੇ ਇਹ ਲੋਕਾਂ ਦੀਆਂ ਬਚਤਾਂ ਨੂੰ ਇਕੱਠਾ ਕਰਦੇ ਹਨ। ਅਤੇ ਇਸ ਦੇ ਮੰਤਵ ਲਈ ਦੋਸਤੋ ਵਪਾਰਕ ਬੈਂਕ 3 ਪ੍ਰਕਾਰ ਦੇ ਖਾਤੇ ਖੋਲ੍ਹਦੇ ਹਨ। ਸਭ ਤੋਂ ਪਹਿਲਾਂ ਕਰੰਟ ਡਿਪੋਜ਼ਿਟ ਅਕਾਊਂਟ, ਤੇ ਦੂਸਰਾ ਹੈਗਾ ਦੋਸਤੋ FD ਅਕਾਊਂਟ, ਜਿਹਨੂੰ ਆਪਾਂ ਫਿਕਸਡ ਡਿਪੋਜ਼ਿਟ ਅਕਾਊਂਟ ਕਹਿੰਦੇ ਆ, ਠੀਕ ਹੈ ਜੀ। ਤਾਂ ਤੁਸੀਂ ਇਸ ਨੂੰ ਪੜ੍ਹ ਵੀ ਸਕਦੇ ਹੋ, ਇਹਦੇ ਵਿੱਚ ਕੀ ਲਿਖਿਆ ਹੋਇਆ ਵਾ। ਤੇ ਤੀਸਰਾ ਪੁਆਇੰਟ ਦੋਸਤੋ ਇਹਦੇ ਵਿੱਚ ਹੈਗਾ ਵਾ ਬੱਚਤ ਖਾਤਾ, ਜਿਹੜਾ ਕਿ ਨਾਰਮਲ ਅਸੀਂ ਖੁਲਾਉਂਦੇ ਆ ਅਕਾਊਂਟ, ਠੀਕ ਹੈ ਜੀ, ਜਿਸ ਨੂੰ ਸੇਵਿੰਗ ਡਿਪੋਜ਼ਿਟ ਅਕਾਊਂਟ ਕਹਿੰਦੇ ਆ। ਤੇ ਦੂਸਰਾ ਪੁਆਇੰਟ ਹੈ ਦੋਸਤੋ ਉਧਾਰ ਦੇਣਾ, ਠੀਕ ਹੈ ਜੀ। ਵਪਾਰਕ ਬੈਂਕ ਵਿੱਚ ਜਿਹੜਾ ਹੈਗਾ ਜੋ ਰਾਸ਼ੀ ਜਮ੍ਹਾਂ ਹੁੰਦੀ ਹੈ, ਠੀਕ ਹੈ ਜੀ, ਜਮ੍ਹਾਂ ਹੋ ਜਾਂਦੀ ਹੈ, ਉਸ ਨੂੰ ਬੇਕਾਰ ਨਹੀਂ ਰੱਖਦੇ, ਸਗੋਂ ਇਸ ਦਾ ਕੁਝ ਹਿੱਸਾ ਨਗਦੀ ਦੇ ਰੂਪ ਵਿੱਚ ਦੇ ਕੇ ਬਾਕੀ ਦੇ ਰਕਮ ਉਧਾਰ ਦੇ ਦਿੰਦੇ ਹਨ। ਬੈਂਕ ਦੁਆਰਾ ਹੇਠ ਲਿਖੇ ਕਿਸਮਾਂ ਦੇ ਕਰਜ਼ੇ ਦਿੱਤੇ ਜਾਂਦੇ ਹਨ, ਜਿਵੇਂ ਕਿ ਦੋਸਤੋ ਕੈਸ਼ ਕ੍ਰੈਡਿਟ, ਡਿਮਾਂਡ ਕ੍ਰੈਡਿਟ, ਠੀਕ ਹੈ ਜੀ, ਸ਼ਾਰਟ ਟਰਮ ਲੋਨਸ ਤੇ ਅਦਰ ਫੰਕਸ਼ਨ ਆਫ ਫੈਸਿਲਿਟੀ। ਆਹ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ, ਠੀਕ ਹੈ। ਰੀਡ ਕਰ ਲਓ, ਇਹ ਨਹੀਂ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਰੀਡ ਕਰ ਲਓ ਤਾਂ ਤੁਸੀਂ ਛੱਡ ਦਵੋ, ਨਹੀਂ, ਇਸ ਤਰ੍ਹਾਂ ਨਹੀਂ, ਤੁਸੀਂ ਇਸ ਨੂੰ ਰੀਡ ਕਰ ਲੈਣਾ ਵਾ, ਕਿਉਂਕਿ ਲਿਖਣਾ ਤੁਸੀਂ ਹੈ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਮੈਂ ਅਗਰ ਤੁਹਾਨੂੰ ਦੱਸ ਦੇਵਾਂ ਤਾਂ ਤੁਹਾਨੂੰ ਚਲੋ ਦੇਖੋ ਆਹ ਜਿਹੜਾ ਆਪਣਾ ਕਰੰਟ ਡਿਪੋਜ਼ਿਟ ਅਕਾਊਂਟ ਕੀ ਹੁੰਦਾ ਵਾ, ਚਾਲੂ ਖਾਤੇ ਵਿੱਚ ਜਮ੍ਹਾਂ ਰਾਸ਼ੀ ਨੂੰ ਮੰਗ ਜਮ੍ਹਾਂ ਕਿਹਾ ਜਾਂਦਾ ਹੈ। ਇਸ ਖਾਤੇ ਵਿੱਚ ਦੋਸਤੋ ਰਾਸ਼ੀ ਕਿਸੇ ਵੀ ਸਮੇਂ ਦੋਸਤੋ ਚੈੱਕ ਦੁਆਰਾ ਜਿਹੜੀ ਹੈਗੀ ਕਢਵਾਈ ਜਾ ਸਕਦੀ ਹੈ। ਅਜਿਹੇ ਖਾਤੇ ਦੇ ਕੋਈ ਵਿਆਜ ਨਹੀਂ ਦਿੱਤਾ ਜਾਂਦਾ ਹੈ, ਸਗੋਂ ਦੋਸਤੋ ਚਾਲੂ ਖਾਤੇ ਦੇ ਪ੍ਰਬੰਧ ਵਿੱਚ ਖਰਚ ਵਪਾਰੀਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਖਾਤੇ ਵਪਾਰਿਕ ਮੰਤਵ ਲਈ ਖੋਲ੍ਹੇ ਜਾਂਦੇ ਹਨ। ਦੂਸਰਾ ਹੈ ਦੋਸਤੋ ਫਿਕਸ ਡਿਪੋਜ਼ਿਟ ਅਕਾਊਂਟ, ਜਿਹਨੂੰ ਆਪਾਂ FD ਕਹਿੰਦੇ ਹਾਂ। ਇਸ ਖਾਤੇ ਵਿੱਚ ਦੋਸਤੋ ਨਿਸ਼ਚਿਤ ਸਮੇਂ ਲਈ ਰਾਸ਼ੀ ਜਮ੍ਹਾਂ ਕਰਵਾਈ ਜਾਂਦੀ ਹੈ। ਇਹ ਖਾਤਾ ਕੁਝ ਦਿਨਾਂ ਦਾ ਜਾਂ ਫਿਰ ਕੁਝ ਸਾਲਾਂ ਦਾ ਹੋ ਸਕਦਾ ਹੈ। ਇਹਨਾਂ ਖਾਤਿਆਂ ਵਿੱਚ ਦੋਸਤੋ ਨਿਸ਼ਚਿਤ ਸਮੇਂ ਤੋਂ ਬਾਅਦ ਰਕਮ ਕਢਵਾਈ ਜਾ ਸਕਦੀ ਹੈ। ਇਸ ਖਾਤੇ ਤੇ ਵਿੱਚ ਜਮ੍ਹਾਂ ਰਾਸ਼ੀ ਵਿਆਜ ਦੀ ਦਰ ਆਮ ਤੌਰ ਤੇ ਦੋਸਤੋ ਅਧਿਕ ਹੁੰਦੀ ਹੈ, ਠੀਕ ਹੈ ਜੀ। ਤੇ ਅੱਗੇ ਦੋਸਤੋ ਬਚਤ ਜਮ੍ਹਾਂ ਖਾਤਾ ਯਾਨੀ ਕਿ ਸੇਵਿੰਗ ਡਿਪੋਜ਼ਿਟ ਅਕਾਊਂਟ। ਤਾਂ ਇਹ ਖਾਤੇ ਦੋਸਤੋ ਬਚਤ ਨੂੰ ਇਕੱਠਾ ਕਰਨ ਲਈ ਖੋਲ੍ਹੇ ਜਾਂਦੇ ਹਨ। ਇਹਨਾਂ ਖਾਤਿਆਂ ਵਿੱਚ ਚਾਲੂ ਜਮ੍ਹਾਂ ਖਾਤੇ ਅਤੇ ਨਿਸ਼ਚਿਤ ਕਾਲੀਨ ਖਾਤੇ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਹਨਾਂ ਖਾਤਿਆਂ ਵਿੱਚ ਜਦੋਂ ਮਰਜ਼ੀ ਰਾਸ਼ੀ ਕਢਵਾਈ ਜਾ ਸਕਦੀ ਹੈ। ਇਹਨਾਂ ਖਾਤਿਆਂ ਤੇ ਵਿਆਜ ਵੀ ਦਿੱਤਾ ਜਾਂਦਾ ਹੈ, ਪਰ ਦੋਸਤੋ ਵਿਆਜ ਦੀ ਦਰ ਨਿਸ਼ਚਿਤ ਕਾਲੀਨ ਖਾਤੇ ਤੋਂ ਘੱਟ ਹੁੰਦੀ ਹੈ। ਤਾਂ ਇਸ ਤਰ੍ਹਾਂ ਤੁਸੀਂ ਪੜ੍ਹ ਸਕਦੇ ਹੋ। ਬਾਕੀ ਹੋਰ ਜਿਹੜੇ ਇਹ ਤੁਹਾਡੇ ਪੁਆਇੰਟ ਨੇ ਇਹਨਾਂ ਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ। ਤੇ ਹੁਣ ਚਲੋ ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਕੀ ਹੈ ਇੱਥੇ, ਹਾਂਜੀ, ਤੇ ਇੱਥੇ ਦੋਸਤੋ ਕੇਂਦਰੀ ਬੈਂਕ ਦੇ ਕਾਰਜ ਪੁੱਛੇ ਹੋਏ ਹਨ। ਤਾਂ ਦੇਖਦੇ ਹਾਂ ਕੇਂਦਰੀ ਬੈਂਕ ਦੇ ਕਾਰਜ ਕੀ ਨੇ। ਤਾਂ ਦੇਖੋ ਇਹਨਾਂ ਦੇ ਕਾਰਜ ਇੱਥੇ ਲਿਖੇ ਹੋਏ ਨੇ। ਕੇਂਦਰੀ ਬੈਂਕ ਦੇ ਕੋਈ ਜਿਹੜੇ ਹੈਗੇ 4 ਕੰਮ। ਤਾਂ ਦੇਖੋ ਦੋਸਤੋ ਕਰੰਸੀ ਜਾਰੀ ਕਰਨਾ, ਠੀਕ ਹੈ। ਕੇਂਦਰੀ ਬੈਂਕ ਦਾ ਮਹੱਤਵਪੂਰਨ ਕੰਮ ਇਹ ਹੈ ਕਿ ਦੇਸ਼ ਵਿੱਚ ਕਰੰਸੀ ਜਾਰੀ ਕਰਨਾ ਹੁੰਦਾ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਨੋਟ ਅਤੇ ਸਿੱਕੇ ਕੇਂਦਰੀ ਬੈਂਕ ਦੁਆਰਾ ਹੀ ਜਾਰੀ ਕੀਤੇ ਜਾਂਦੇ ਹਨ। ਦੂਸਰਾ ਦੋਸਤੋ ਸਰਕਾਰ ਦਾ ਬੈਂਕ, ਠੀਕ ਹੈ। ਕੇਂਦਰੀ ਬੈਂਕ ਦੋਸਤੋ ਸਰਕਾਰ ਦਾ ਬੈਂਕ ਹੁੰਦਾ ਹੈ। ਸਰਕਾਰ ਦੀਆਂ ਪ੍ਰਾਪਤੀਆਂ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਜਾਂਦੀਆਂ ਨੇ। ਇਹ ਬੈਂਕ ਸਰਕਾਰ ਦੇ ਸਾਰੇ ਭੁਗਤਾਨ ਵੀ ਕਰਦਾ ਹੈ। ਜਦੋਂ ਸਰਕਾਰ ਨੂੰ ਮੁਦਰਾ ਦਾ ਸੰਕਟ ਸਹਿਣਾ ਕਰਨਾ ਪੈਂਦਾ ਹੈ ਤਾਂ ਆਪਤਕਾਲੀਨ ਕਰਜ਼ੇ ਦੀ ਸਹੂਲਤ ਕੇਂਦਰੀ ਬੈਂਕ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਬੈਂਕਾਂ ਦਾ ਬੈਂਕ, ਕੇਂਦਰੀ ਬੈਂਕ ਦੋਸਤੋ ਵਪਾਰਕ ਬੈਂਕਾਂ ਦਾ ਵੀ ਜਿਹੜਾ ਹੈਗਾ ਵਾ ਕੀ ਹੈ, ਬੈਂਕ ਹੈ। ਵਪਾਰਕ ਬੈਂਕਾਂ ਨੂੰ ਲਾਜ਼ਮੀ ਤੌਰ ਤੇ ਜਮ੍ਹਾਂ ਖਾਤੇ ਦੀ ਨਿਸ਼ਚਿਤ ਪ੍ਰਤੀਸ਼ਤ ਰਾਸ਼ੀ ਕੇਂਦਰੀ ਬੈਂਕ ਕੋਲ ਪ੍ਰਤੀਭੂਤੀਆ ਪ੍ਰਾਪਤ ਕਰਕੇ ਰੱਖਣੀ ਪੈਂਦੀ ਹੈ। ਜਦੋਂ ਕਿਸੇ ਸਮੇਂ ਵਪਾਰਕ ਬੈਂਕ ਨੂੰ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੇਂਦਰੀ ਬੈਂਕ ਜਿਹੜਾ ਹੈਗਾ ਵਪਾਰਕ ਬੈਂਕ ਨੂੰ ਅਲਪਕਾਲੀਨ ਉਧਾਰ ਜਿਹੜਾ ਹੈਗਾ ਵਾ ਦੋਸਤੋ ਦੀ ਸਹੂਲਤ ਪ੍ਰਦਾਨ ਕਰਦਾ ਹੈ, ਠੀਕ ਹੈ ਜੀ। ਅੱਗੇ ਚੌਥਾ ਪੁਆਇੰਟ ਉਧਾਰ ਨਿਯੰਤਰਣ। ਕੇਂਦਰੀ ਬੈਂਕ ਦਾ ਸਭ ਤੋਂ ਮਹੱਤਵਪੂਰਨ ਕੰਮ ਉਧਾਰ ਨਿਯੰਤਰਣ ਕਰਨਾ ਹੁੰਦਾ ਹੈ। ਦੇਸ਼ ਵਿੱਚ ਦੋਸਤੋ ਉਧਾਰ ਮੁਦਰਾ ਦਾ ਪ੍ਰਸਾਰ ਅਤੇ ਸੰਕੁਚਨ ਲਈ ਕੇਂਦਰੀ ਬੈਂਕ ਦੁਆਰਾ ਨੀਤੀ ਬਣਾਈ ਜਾਂਦੀ ਹੈ। ਇਸ ਨਾਲ ਦੇਸ਼ ਵਿੱਚ ਆਰਥਿਕ ਸਥਿਰਤਾ ਦਾ ਉਦੇਸ਼ ਪੂਰਾ ਕੀਤਾ ਜਾਂਦਾ ਹੈ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਹੁਣ ਆਪਣਾ ਅਗਲਾ ਪ੍ਰਸ਼ਨ ਦੇਖਦੇ ਹਾਂ ਕੀ ਹੈ। ਹਾਂਜੀ, ਅਗਲਾ ਹੈ ਦੋਸਤੋ ਵਾਧੂ ਮੰਗ ਅਤੇ ਘੱਟ ਮੰਗ ਕੀ ਹੈ, ਇਸ ਦੀ ਸਮੱਸਿਆ ਨੂੰ ਸੋਲਵ ਕਰਨ ਲਈ ਕਿਹੜੇ ਕਦਮ ਨੇ। ਤਾਂ ਦੋਸਤੋ ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਇੱਥੇ ਆਪਣਾ ਪ੍ਰਸ਼ਨ ਕੀ ਸੀਗਾ, ਹਾਂਜੀ, ਉਹ ਸਥਿਤੀ ਜਦੋਂ ਦੋਸਤੋ ਆਰਥਿਕਤਾ ਵਿੱਚ ਪੈਦਾਵਾਰ ਦੇ ਪੂਰੇ ਰੁਜ਼ਗਾਰ ਪੱਧਰ ਤੇ ਅਨੁਸਾਰੀ ਕੁੱਲ ਸਪਲਾਈ ਤੋਂ ਵੱਧ ਮੰਗ ਹੁੰਦੀ ਹੈ, ਠੀਕ ਹੈ ਜੀ, ਤਾਂ ਉਸ ਨੂੰ ਵਾਧੂ ਮੰਗ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਵਾਧੂ ਮੰਗ ਹੋ ਗਿਆ। ਅੱਗੇ ਹੈ ਦੋਸਤੋ ਉਹ ਸਥਿਤੀ ਜਦੋਂ ਦੋਸਤੋ ਆਰਥਿਕਤਾ ਵਿੱਚ ਪੈਦਾਵਾਰ ਦੇ ਪੂਰੇ ਰੁਜ਼ਗਾਰ ਪੱਧਰ ਤੇ ਅਨੁਸਾਰੀ ਸਮੁੱਚੀ ਮੰਗ ਕੁੱਲ ਸਪਲਾਈ ਤੋਂ ਘੱਟ ਹੁੰਦੀ ਹੈ, ਤਾਂ ਉਸ ਸਥਿਤੀ ਨੂੰ ਜਿਹੜਾ ਹੈਗਾ ਦੋਸਤੋ ਘੱਟ ਮੰਗ ਕਿਹਾ ਜਾਂਦਾ ਹੈ। ਇਹ ਤੁਹਾਡਾ ਮਤਲਬ ਹੋ ਗਿਆ। ਤਾਂ ਇਹ ਵੱਧ ਮੰਗ ਅਤੇ ਘੱਟ ਮੰਗ ਦੀ ਸਮੱਸਿਆ ਦਾ ਮੁਕਾਬਲਾ ਜਾਂ ਫਿਰ ਇਸ ਨੂੰ ਜਿਹੜਾ ਹੈਗਾ ਕਿਵੇਂ ਸੋਲਵ ਕੀਤਾ ਜਾ ਸਕਦਾ ਹੈ। ਤਾਂ ਦੋਸਤੋ ਸਰਕਾਰੀ ਵਿੱਤੀ ਜਿਹੜੇ ਹੈਗੇ ਆ ਨੀਤੀ, ਜਿਵੇਂ ਕਿ ਦੋਸਤੋ ਸਰਕਾਰੀ ਖਰਚੇ, ਟੈਕਸ ਅਤੇ ਕੇਂਦਰੀ ਬੈਂਕ ਦੇ ਮੁਦਰਾ ਨੀਤੀ ਉਪਭਾਵਾਂ, ਜਿਵੇਂ ਕਿ ਦੋਸਤੋ ਬੈਂਕ ਦਰ, ਓਪਨ ਮਾਰਕੀਟ ਆਪਰੇਸ਼ਨ, ਕੈਸ਼ ਰਿਜ਼ਰਵ ਅਨੁਪਾਤ ਦੁਆਰਾ ਦੋਸਤੋ ਵਾਧੂ ਮੰਗ ਅਤੇ ਘੱਟ ਮੰਗ ਨੂੰ ਠੀਕ ਕੀਤਾ ਜਾ ਸਕਦਾ ਹੈ। ਇਹ ਤੁਹਾਡਾ ਆਨਸਰ ਹੋ ਜਾਏਗਾ, ਠੀਕ ਹੈ ਜੀ, ਜੋ ਕਿ ਆਪਾਂ ਨੂੰ ਪੁੱਛਿਆ ਹੋਇਆ ਸੀ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਇੱਥੇ, ਇਹ ਹੈ ਦੋਸਤੋ ਆਪਣਾ ਮੈਕਰੋ ਇਕਨੋਮਿਕਸ ਦਾ ਵਿਸ਼ਾ ਸਮੱਗਰੀ ਕੀ ਹੈ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ। ਤਾਂ ਮੈਕਰੋ ਇਕਨੋਮਿਕਸ ਅਰਥ ਵਿਵਸਥਾ ਵਿਆਪੀ ਤੌਰ ਤੇ ਜਿਹੜਾ ਹੈਗਾ ਵਰਤਾਰਿਆ ਜਾਂਦਾ ਦੋਸਤੋ ਕਰਦਾ ਹੈ, ਜਿਵੇਂ ਕਿ ਦੋਸਤੋ ਮਹਿੰਗਾਈ, ਕੀਮਤ ਦੇ ਪੱਧਰ, ਆਰਥਿਕ ਵਿਕਾਸ ਦੀ ਦਰ, ਰਾਸ਼ਟਰੀ ਆਮਦਨ, ਕੁੱਲ ਘਰੇਲੂ ਉਤਪਾਦ GDP ਅਤੇ ਜਿਹੜਾ ਹੈਗਾ ਵਾ ਬੇਰੁਜ਼ਗਾਰੀ ਵਿੱਚ ਬਦਲਾਵ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ।
अगला प्रश्न देखो दोस्तों की है राष्ट्रीय आमदन की प्रोडक्ट विधि नाल गणना ਅਤੇ ਇਸ ਦੀਆਂ ਸਾਵਧਾਨੀਆਂ ਲਿਖੋ। ਤਾਂ ਦੋਸਤੋ ਚਲੋ ਦੇਖਦੇ ਆ ਉਤਪਾਦ ਵਿਧੀ, ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਉਸ ਨੂੰ ਪ੍ਰੋਡਕਟ ਮੈਥਡ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਉਸ ਨੂੰ ਉਤਪਾਦ ਵਿਧੀ ਕਹਿੰਦੇ ਆ ਜਿਹੜਾ ਪ੍ਰਸ਼ਨ ਆ। ਤਾਂ ਰਾਸ਼ਟਰੀ ਆਮਦਨ ਦੀ ਗਣਨਾ ਪ੍ਰਾਇਮਰੀ ਸੈਕੰਡਰੀ ਦੁਆਰਾ ਪੈਦਾ ਕੀਤੀਆਂ ਵਸਤਾਂ ਅਤੇ ਸੇਵਾਵਾਂ ਦੇ ਪੈਸੇ ਮੁੱਲ ਨੂੰ ਜੋੜ ਕੇ ਰਾਸ਼ਟਰੀ ਆਮਦਨ ਦੀ ਜਿਹੜੀ ਹੈਗੀ ਆ ਤੀਜੇ ਦਰਜੇ ਦੇ ਜਿਹੜੇ ਹੈਗੇ ਸੈਕਟਰ ਲਈ ਭਾਈ ਲਾਭਦਾਇਕ ਹੈ। ਇਹਨਾਂ ਵਿੱਚ ਦੋਸਤੋ ਹਰੇਕ ਸੈਕਟਰ ਦੇ ਜਿਹੜੇ ਹੈਗਾ ਯੋਗਦਾਨ ਦਾ ਮੁਲਾਂਕਣ ਕਰਕੇ ਕੀਤੀ ਜਿਹੜੀ ਹੈਗੀ ਆ ਜਾਂਦੀ ਹੈ। ਤੇ ਅੱਗੇ ਦੋਸਤੋ ਦੇਖੋ ਉਤਪਾਦ ਵਿਧੀ ਯਾਨੀ ਕਿ ਦੋਸਤੋ ਪ੍ਰੋਡਕਟ ਮੈਥਡ, ਠੀਕ ਹੈ ਜੀ। ਉਹਦੀ ਵਿਧੀ ਨਾਲ ਵੱਖ-ਵੱਖ ਸਾਵਧਾਨੀਆਂ ਦੱਸੋ ਜਿਨ੍ਹਾਂ ਨੂੰ ਰਾਸ਼ਟਰੀ ਆਮਦਨ ਦਾ ਅੰਦਾਜ਼ਾ ਲਗਾਉਣ ਸਮੇਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਤਾਂ ਦੇਖੋ ਉਤਪਾਦ ਵਿਧੀ ਦੀ ਸਾਵਧਾਨੀਆਂ ਸਭ ਤੋਂ ਪਹਿਲਾਂ ਹੈ ਦੋਸਤੋ ਆਪਣਾ ਸੈਕਿੰਡ ਹੈਂਡ ਵਸਤੂਆਂ ਦੀ ਵਿਕਰੀ ਅਤੇ ਖਰੀਦ ਨੂੰ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਵਿਚਕਾਰਲੇ ਵਸਤੂਆਂ ਦੇ ਮੁੱਲ ਨੂੰ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਦੋਹਰੀ ਗਿਣਤੀ ਹੋ ਸਕਦੀ ਹੈ। ਤੀਸਰਾ ਹੈ ਦੋਸਤੋ ਸਵੈ ਖਪਤ ਲਈ ਉਤਪਾਦਨ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਚੌਥਾ ਦੋਸਤੋ ਘਰੇਲੂ ਜਿਹੜਾ ਹੈਗਾ ਵਾ ਪਰਿਵਾਰਿਕ ਮੈਂਬਰਾਂ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਦਾ ਮੁੱਲ ਨਹੀਂ ਹੈ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਗੈਰ ਕਾਨੂੰਨੀ ਗਤੀਵਿਧੀਆਂ ਤੋਂ ਪੈਦਾਵਾਰ ਨੂੰ ਸ਼ਾਮਿਲ ਨਹੀਂ ਕੀਤਾ ਜਾਣਾ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਦੂਸਰਾ ਹੁਣ ਦੋਸਤੋ ਕੀ ਹੈ ਪ੍ਰਸ਼ਨ ਇੱਥੇ ਇਹ ਛੱਡੋ। और दूसरा 12वां प्रश्न देखो कि मौद्रिक नीति की है, इसके किहड़े-किहड़े जिहड़े इंस्ट्रूमेंट हैगे आ, ठीक है जी। तो उसका आंसर देखते हैं मौद्रिक नीति। तो दोस्तों मौद्रिक नीति की है मुद्रा नीति वो नीति है जिस राही दोस्तों किसी भी देश का केंद्री बैंक देश की आर्थिकता नूं कंट्रोल करता है। जो किसी देश की नकदी की मंग जिहड़ी हैगी आ अंदाजा लगाया जाता है तो केंद्री बैंक कागजी पैसा जारी करता है। कागजी पैसे ਦੇ ਇਸ ਜਿਹੜਾ ਹੈਗਾ ਸਰਕੂਲੇਸ਼ਨ ਨੂੰ ਪ੍ਰਬੰਧਨ ਅਤੇ ਸਥਿਰ ਰੱਖਣ ਦੀ ਜ਼ਰੂਰਤ ਹੈ। ਇਹ ਉਹ ਥਾਂ ਹੈ ਜਿੱਥੇ ਮੁਦਰਾ ਨੀਤੀਆਂ ਲਾਗੂ ਹੁੰਦੀਆਂ ਨੇ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਦੋਸਤੋ ਜਦੋਂ ਜਿਹੜਾ ਹੈਗਾ ਵਾ ਮਾਲ ਦੀ ਸਪਲਾਈ ਨਾਲ ਸੰਬੰਧਿਤ ਹੁੰਦਾ ਹੈ ਤਾਂ ਪੈਸਾ ਵਟਾਂਦਰੇ ਦੇ ਮਾਧਿਅਮ ਦਾ ਹੁੰਦਾ ਹੈ। ਇਸ ਤਰ੍ਹਾਂ ਦੇਖੋ ਕੇਂਦਰੀ ਬੈਂਕ ਦੇਸ਼ ਦੇ ਆਰਥਿਕ ਵਿਕਾਸ ਨੂੰ ਕਾਇਮ ਰੱਖਣ ਲਈ ਯੋਗਦਾਨ ਪਾਉਣ ਲਈ ਵੱਖ-ਵੱਖ ਯੰਤਰਾਂ ਦੀ ਵਰਤੋਂ ਕਰਦਾ ਹੈ। ਮੁਦਰਾ ਨੀਤੀ ਦੇ ਸਾਧਨ ਤਾਂ ਦੇਖੋ ਦੋਸਤੋ ਕੇਂਦਰੀ ਬੈਂਕ ਦੁਆਰਾ ਦੇਸ਼ ਦੀ ਆਰਥਿਕਤਾ 'ਤੇ ਨਜ਼ਰ ਰੱਖਣ ਲਈ ਵੱਖ-ਵੱਖ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਵਿੱਚ ਕੁਝ ਇਸ ਪ੍ਰਕਾਰ ਹਨ। ਰਿਜ਼ਰਵ ਦੀ ਲੋੜ, ਠੀਕ ਹੈ ਜੀ। ਤਾਂ ਦੇਸ਼ ਦਾ ਕੇਂਦਰੀ ਬੈਂਕ ਇਹ ਮੰਗ ਕਰਦਾ ਹੈ ਕਿ ਬਾਕੀ ਸਾਰੇ ਵਪਾਰਕ ਬੈਂਕ ਆਪਣੇ ਕੋਲ ਨਗਦ ਰੱਖਣ ਜਿਸ ਨੂੰ ਉਹ ਆਰਥਿਕ ਜਾਂ ਫਿਰ ਵਪਾਰਕ ਉਦੇਸ਼ਾਂ ਲਈ ਅੱਗੇ ਨਹੀਂ ਵਰਤ ਸਕਦੇ। ਇਸ ਤਰ੍ਹਾਂ ਦੋਸਤੋ ਦੇਸ਼ ਦੇ ਬਾਕੀ ਸਾਰੇ ਬੈਂਕਾਂ ਨੂੰ ਕੇਂਦਰੀ ਬੈਂਕ ਕੋਲ ਆਪਣੀਆਂ ਦੇਣਦਾਰੀਆਂ ਦਾ ਹਿੱਸਾ ਨਗਦ ਜਾਂ ਫਿਰ ਜਮ੍ਹਾਂ ਦੇ ਰੂਪ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਇਹ ਕਰਜ਼ੇ ਦੀ ਮਾਤਰਾ ਨੂੰ ਦੋਸਤੋ ਸੀਮਿਤ ਕਰਨ ਲਈ ਕੀਤਾ ਜਾਂਦਾ ਹੈ ਜੋ ਕਿ ਇੱਕ ਵਪਾਰਕ ਬੈਂਕ ਘਰੇਲੂ ਆਰਥਿਕਤਾ ਨੂੰ ਉਧਾਰ ਦੇ ਸਕਦਾ ਹੈ ਅਤੇ ਬਦਲੇ ਵਿੱਚ ਦੋਸਤੋ ਪੈਸੇ ਦੀ ਸਪਲਾਈ ਨੂੰ ਸੀਮਿਤ ਕਰਦਾ ਹੈ। ਇਸ ਦੇ ਪਿੱਛੇ ਦੋਸਤੋ ਵਿਚਾਰ ਇਹ ਹੈ ਕਿ ਵਪਾਰਕ ਬੈਂਕ ਰਿਜ਼ਰਵ ਬੈਂਕ ਨੂੰ ਆਪਣੇ ਉਧਾਰ ਦਿੱਤੇ ਪੈਸੇ ਅਤੇ ਜਨਤਾ ਨੂੰ ਉਧਾਰ ਦੇ ਰਹੇ ਪੈਸੇ ਦੇ ਵਿਚਕਾਰ ਦੋਸਤੋ ਇੱਕ ਸਥਿਰ ਸੰਬੰਧ ਬਣਾਈ ਰੱਖਦੇ ਹਨ। ਦੂਸਰਾ ਹੈ ਦੋਸਤੋ ਓਪਨ ਮਾਰਕੀਟ ਸੰਚਾਲਨ। ਕੇਂਦਰੀ ਬੈਂਕ ਦੋਸਤੋ ਖਜ਼ਾਨਾ ਵਿੱਤੀ ਆਰਥਿਕ ਅਥਾਰਟੀਜ਼ ਦੀ ਤਰਫ ਤੋਂ ਦੋਸਤੋ ਕੰਮ ਕਰਦਾ ਹੈ। ਦੂਜੇ ਬੈਂਕਿੰਗ ਅਥਾਰਟੀਆਂ ਨੂੰ ਵੀ ਜਾਂ ਫਿਰ ਦੋਸਤੋ ਓਪਨ ਮਾਰਕੀਟ ਵਿੱਚ ਉਹਨਾਂ ਦੀਆਂ ਜਿਹੜੀ ਹੈਗੇ ਨੇ ਪ੍ਰਤੀਭੂਤੀਆਂ ਖਰੀਦਦਾ ਜਾਂ ਫਿਰ ਵੇਚਦਾ ਹੈ, ਠੀਕ ਹੈ ਜੀ। ਖੁੱਲੀ ਮੰਡੀ ਦਾ ਮਤਲਬ ਹੈ ਦੋਸਤੋ ਗੈਰ ਬੈਂਕਿੰਗ ਜਨਤਾ ਜਦੋਂ ਕੇਂਦਰੀ ਬੈਂਕ ਦੀ ਜਿਹੜੀ ਹੈ ਕੇਂਦਰੀ ਬੈਂਕ ਪੈਸੇ ਦੀ ਸਪਲਾਈ, ਠੀਕ ਹੈ ਜੀ। ਕੇਂਦਰੀ ਬੈਂਕ ਜਿਹੜਾ ਹੈਗਾ ਵਾ ਪੈਸੇ ਦੀ ਸਪਲਾਈ ਜਿਹੜਾ ਹੈਗਾ ਦੋਸਤੋ ਆਪਣਾ ਸਿੱਧੀ ਤੌਰ 'ਤੇ ਜ਼ਿੰਮੇਵਾਰ ਹੈ। ਜਦੋਂ ਦੋਸਤੋ ਕੇਂਦਰੀ ਬੈਂਕ ਪ੍ਰਤੀਭੂਤੀਆਂ ਵੇਚਦਾ ਹੈ ਤਾਂ ਦੋਸਤੋ ਰਿਜ਼ਰਵ ਦੀ ਸਪਲਾਈ ਨੂੰ ਘਟਾਉਂਦਾ ਹੈ ਅਤੇ ਜਦੋਂ ਇਹ ਦੋਸਤੋ ਪ੍ਰਤੀਭੂਤੀਆਂ ਨੂੰ ਖਰੀਦਦਾ ਹੈ ਤਾਂ ਇਹ ਜੋ ਹੈ ਦੋਸਤੋ ਫਿਰ ਇਹ ਕੀ ਹੈ ਛੁਡਾਉਂਦਾ ਹੈ ਤਾਂ ਇਹ ਦੋਸਤੋ ਰਿਜ਼ਰਵ ਦੀ ਜਿਹੜੀ ਹੈਗੀ ਸਪਲਾਈ ਨੂੰ ਵਧਾਉਂਦਾ ਹੈ। ਜਨਤਾ ਨੂੰ ਭੰਡਾਰ ਦੀ ਸਪਲਾਈ ਨੂੰ ਪ੍ਰਤੀਭੂਤੀਆਂ ਕਰਨ ਦੀ ਇਹ ਪੂਰੀ ਪ੍ਰਕਿਰਿਆ ਹੈ ਜਿਸ ਨੂੰ ਅਸੀਂ ਓਪਨ ਮਾਰਕੀਟ ਆਪਰੇਸ਼ਨ ਕਹਿੰਦੇ ਹਾਂ, ਠੀਕ ਹੈ ਜੀ। ਵਿਆਜ ਦਰ ਜਦੋਂ ਦੋਸਤੋ ਰਿਜ਼ਰਵ ਬੈਂਕ ਦੂਜੇ ਬੈਂਕਾਂ ਨੂੰ ਪੈਸਾ ਉਧਾਰ ਦਿੰਦਾ ਹੈ ਤਾਂ ਇਹ ਦੋਸਤੋ ਯਕੀਨੀ ਬਣਾਉਣਾ ਹੈ ਕਿ ਉਹ ਬੈਂਕ ਵਿੱਤੀ ਤੌਰ 'ਤੇ ਦੋਸਤੋ ਮਜ਼ਬੂਤ ਹਨ। ਰਿਜ਼ਰਵ ਬੈਂਕ ਫਿਰ ਦੋਸਤੋ ਇਹਨਾਂ ਬੈਂਕਾਂ ਨੂੰ ਸਭ ਤੋਂ ਅਨੁਕੂਲਨ ਦਰ ਦੇ ਪੈਸਾ ਉਧਾਰ ਦਿੰਦਾ ਹੈ। ਇਸ ਦਰ ਨੂੰ ਦੋਸਤੋ ਜਿਹੜਾ ਹੈਗਾ ਵਾ MMR ਘੱਟੋ ਘੱਟ ਮੁੜ ਛੂਟ ਕਰ ਕਿਹਾ ਜਾਂਦਾ ਹੈ। ਇਹ MMR ਮਨੀ ਬਾਜ਼ਾਰ ਵਿੱਚ ਦਰ ਪ੍ਰਣਾਲੀ ਪੱਟੀ ਨਿਰਧਾਰਿਤ ਕਰਦਾ ਹੈ। ਇਹ ਦਰ ਨਿਵੇਸ਼ ਬਚਤਾਂ ਅਤੇ ਕ੍ਰੈਡਿਟ ਦੀ ਸਪਲਾਈ ਲਈ ਪ੍ਰਭਾਵਿਤ ਕਰਨ ਵਾਲਾ ਕਾਰਕ ਹੈ। ਅੱਗੇ ਦੋਸਤੋ 94 ਕ੍ਰੈਡਿਟ ਕੰਟਰੋਲ। ਤਾਂ ਜਦੋਂ ਖਾਸ ਕਿਸਮ ਦੇ ਕ੍ਰੈਡਿਟ ਨੂੰ ਪ੍ਰਭਾਵਿਤ ਕਰਨ ਦੀ ਲੋੜ ਹੁੰਦੀ ਹੈ ਤਾਂ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ। ਮਾਰਜਨ ਲੋੜਾਂ ਨੂੰ ਬਦਲਣ ਲਈ ਇਸ ਕਿਸਮ ਦੀ ਨੀਤੀ ਦਾ ਉਦਾਹਰਣ ਹਨ, ਠੀਕ ਹੈ ਜੀ। ਤੇ ਅੱਗੇ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਇੱਥੇ, ਹਾਂਜੀ, ਮਨੀ ਦੇ ਕਾਰਜਾਂ ਬਾਰੇ ਲਿਖੋ ਯਾਨੀ ਕਿ ਮੁਦਰਾ ਦੇ ਕਾਰਜਾਂ ਬਾਰੇ ਲਿਖੋ ਜਾਂ ਫਿਰ ਪੈਸੇ ਦੇ ਕਾਰਜਾਂ ਬਾਰੇ ਲਿਖੋ। ਗੱਲ ਕੀ ਹੈ ਸੰਖੇਪ ਵਿੱਚ ਦੋਸਤੋ ਪੈਸੇ ਨੇ ਯੁੱਗ ਵਿੱਚ ਕਈ ਰੂਪ ਲਏ ਹਨ ਪਰ ਪੈਸੇ ਦੀ ਲਗਾਤਾਰ 3 ਕਾਰਜ ਹਨ, ਠੀਕ ਹੈ ਜੀ। ਮੁੱਲ ਦਾ ਭੰਡਾਰ, ਖਾਤੇ ਦੀ ਇਕਾਈ, ਵਟਾਂਦਰੇ ਦਾ ਮਾਧਿਅਮ, ਠੀਕ ਹੈ ਜੀ। ਆਧੁਨਿਕ ਅਰਥ ਵਿਵਸਥਾ ਵਿੱਚ ਜਿਹੜਾ ਹੈਗਾ ਵਾ ਮਨੀ ਦੀ ਵਰਤੋਂ ਕਰਦੀਆਂ ਹਨ। ਪੈਸਾ ਜੋ ਨਾ ਤਾਂ ਇੱਕ ਵਸਤੂ ਹੈ ਨਾ ਹੀ ਇੱਕ ਕਿਸੇ ਵਸਤੂ ਦੁਆਰਾ ਪ੍ਰਸਤੁਤ ਜਿਹੜਾ ਹੈਗਾ ਜਾਂ ਫਿਰ ਸਹਾਇਕ ਹੈ, ਠੀਕ ਹੈ ਜੀ। ਤੇ ਅੱਗੇ ਦੋਸਤੋ ਕੀ ਆਪਣਾ ਇੱਥੇ ਆਹੀ ਤੁਹਾਡਾ ਪੁੱਛਿਆ ਹੋਇਆ ਸੀ ਨਾ, ਹਾਂਜੀ। ਤਾਂ ਤੁਹਾਡੇ ਇਹ ਮਨੀ ਦੇ ਕਾਰਜ ਵੀ ਅਸੀਂ ਤੁਹਾਨੂੰ ਦੱਸ ਦਿੱਤੇ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਵਾਟਰ ਸਿਸਟਮ ਆਫ ਐਕਸਚੇਂਜ ਦੀਆਂ ਕਮੀਆਂ ਕਿਹੜੀਆਂ ਹਨ, ਠੀਕ ਹੈ ਜੀ। ਤਾਂ ਦੇਖ ਲਓ ਦੋਸਤੋ ਵਾਟਰ ਸਿਸਟਮ ਦੇ ਜਿਹੜੇ ਹੈਗੇ ਨੁਕਸਾਨ ਕੀ ਹਨ। ਤਾਂ ਕੋਈ ਵਿਅਕਤੀ ਵਾਟਰ ਪ੍ਰਣਾਲੀ ਵਿੱਚ ਦੌਲਤ ਨੂੰ ਅੱਗੇ ਨਹੀਂ ਲਿਜਾ ਸਕਦਾ, ਠੀਕ ਹੈ ਜੀ। ਇਹ ਇੱਕ ਉਦਾਹਰਣ ਇਹ ਹੋਵੇਗੀ ਕਿ ਕੋਈ ਵਿਅਕਤੀ ਵਾਧੂ ਚੌਲਾਂ ਨੂੰ ਲੰਬੇ ਸਮੇਂ ਲਈ ਸਟੋਰ ਨਹੀਂ ਕਰਕੇ ਰੱਖ ਸਕਦਾ ਕਿਉਂਕਿ ਚੌਲਾਂ ਇੱਕ ਨਾਸ਼ਵਾਨ ਵਸਤੂ ਹੈ। ਵੱਡੀਆਂ ਅਰਥ ਵਿਵਸਥਾ ਵਿੱਚ ਵਾਟਰ ਸਿਸਟਮ ਸੰਭਵ ਨਹੀਂ ਹੈ। ਤੁਸੀਂ ਦਿੱਤੇ ਜਿਹੜਾ ਹੈਗਾ ਵਾ ਲਿੰਕ ਵਿੱਚ ਮੁਦਰਾ ਪ੍ਰਣਾਲੀ
ਠੀਕ ਹੈ। ਕਿਸਮਾਂ ਤੇ ਵਸਤੂ ਅਤੇ ਵਸਤੂ ਆਧਾਰਿਤ ਬਾਰੇ ਵੀ ਪੜ੍ਹ ਸਕਦੇ ਹੋ। ਜਿਵੇਂ ਕਿ ਦੋਸਤੋ ਦੇਖੋ ਵਾਟਰ ਪ੍ਰਣਾਲੀ ਦੇ ਹੋਰ ਨੁਕਸਾਨ ਹਨ, ਜਿਵੇਂ ਕਿ ਮੁਲਤਵੀ ਭੁਗਤਾਨ ਕਰਨ ਵਿੱਚ ਅਸਮਰਥਾ, ਆਮ ਮਾਪ ਮੁੱਲ ਦੀ ਜਿਹੜੀ ਹੈਗੀ ਘਾਟ, ਮਾਲ ਦੀ ਸਟੋਰੇਜ ਵਿੱਚ ਮੁਸ਼ਕਿਲ, ਲੋਡਾਂ ਦੇ ਦੋਹਰੇ ਸੰਯੋਗ ਦੀ ਜਿਹੜੀ ਹੈਗੀ ਘਾਟ। ਇੱਛਾਵਾਂ ਦੇ ਦੋਹਰੇ ਸੰਯੋਗ ਦਾ ਅਰਥ ਹੈ ਕਿ ਦੋਸਤੋ ਵਿਅਕਤੀ ਨੂੰ ਸਹੀ ਵਿਅਕਤੀ ਲੱਭਣਾ ਪੈਂਦਾ ਹੈ ਜੋ ਨਾ ਸਿਰਫ ਆਪਣਾ ਮਾਲ ਖਰੀਦਣ ਲਈ ਤਿਆਰ ਹੈ, ਸਗੋਂ ਵੇਚਣ ਲਈ ਵੀ ਜਿਹੜਾ ਹੈਗਾ ਲੋੜੀਂਦਾ ਸਮਾਨ ਰੱਖਦਾ ਹੈ। ਇਹ ਇਸਦਾ ਆਨਸਰ ਹੋ ਜਾਏਗਾ। ਠੀਕ ਹੈ ਜੀ। ਤੇ ਆਪਣਾ ਅਗਲਾ ਪ੍ਰਸ਼ਨ ਕੀ ਹੈ ਇੱਥੇ? ਹਾਂਜੀ, ਅਗਲਾ ਦੋਸਤੋ ਅਗਲੇ ਪੇਜ ਤੇ ਆ। ਤਾਂ ਦੇਖੋ ਕੀ ਹੈ, ਸਰਕਾਰੀ ਬਜਟ ਕੀ ਹੈ, ਇਸਦੇ ਉਦੇਸ਼ ਕਿਹੜੇ-ਕਿਹੜੇ ਹਨ? ਠੀਕ ਹੈ ਜੀ। ਤਾਂ ਦੋਸਤੋ ਦੇਖੋ ਸਰਕਾਰੀ ਬਜਟ ਦੋਸਤੋ ਵਿੱਤੀ ਸਾਲ ਦੀ ਮਿਆਦ ਦੌਰਾਨ ਸਰਕਾਰੀ ਪ੍ਰਾਪਤੀਆਂ ਅਤੇ ਸਰਕਾਰੀ ਖਰਚਿਆਂ ਦੇ ਅਨੁਮਾਨ ਦਾ ਬਿਆਨ ਹੁੰਦਾ ਹੈ। ਇਹ ਸਰਕਾਰ ਦੀ ਵਿੱਤੀ ਨੀਤੀ ਨੂੰ ਦੋਸਤੋ ਜਿਹੜਾ ਹੈਗਾ ਦਰਸਾਉਂਦੀ ਹੈ। ਠੀਕ ਹੈ। ਆਰਥਿਕਤਾ ਦੀ ਵਿਕਾਸ ਅਤੇ ਸਥਿਰਤਾ 'ਤੇ ਧਿਆਨ ਕੇਂਦਰਿਤ ਕਰਦੀ ਹੈ। ਸਰਕਾਰ ਦੇ ਉਦੇਸ਼ ਦੋਸਤੋ ਕੀ ਨੇ ਸਰਕਾਰੀ ਬਜਟ ਦੇ? ਆਰਥਿਕਤਾ ਸਥਿਰਤਾ ਪ੍ਰਾਪਤ ਕਰਨ ਲਈ ਦੋਸਤੋ ਦੌਲਤ ਅਤੇ ਆਮਦਨ ਦੀ ਮੁੜ ਵੰਡ, GDP ਵਿਕਾਸ ਦੀ ਉੱਚ ਦਰ, ਸੰਤੁਲਿਤ ਖੇਤਰੀ ਵਿਕਾਸ, ਰੁਜ਼ਗਾਰ ਦੇ ਮੌਕੇ। ਇਹ ਇਸਦਾ ਆਨਸਰ ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਇਹਦੇ ਵਿੱਚ? ਹਾਂਜੀ, ਅਗਲਾ ਹੈ ਦੋਸਤੋ ਫਿਕਸਡ ਅਤੇ ਫਲੈਕਸੀਬਲ ਵਟਾਂਦਰਾ ਦਰ ਕੀ ਹੈ, ਇਸ ਦੇ ਲਾਭ ਅਤੇ ਹਾਨੀਆਂ ਲਿਖੋ। ਫਿਕਸ ਦਾ ਮਤਲਬ ਦੋਸਤੋ ਕੀ ਹੁੰਦਾ ਵਾ? ਸਥਿਰ। ਫਲੈਕਸੀਬਲ ਦਾ ਮਤਲਬ ਦੋਸਤੋ ਲਚਕੀਲਾ। ਠੀਕ ਹੈ ਜੀ। ਤਾਂ ਚਲੋ ਦੇਖਦੇ ਹਾਂ ਆਨਸਰ ਇਸਦਾ। ਤਾਂ ਦੇਖੋ ਵਟਾਂਦਰਾ ਦਰ ਲਚਕਦਾਰ, ਪਹਿਲਾਂ ਫਲੈਕਸੀਬਲ ਦਾ ਦੇਖਦੇ ਹਾਂ। ਠੀਕ ਹੈ। ਵਟਾਂਦਰਾ ਦਰ ਫਲੈਕਸੀਬਲ ਕੀ ਹੈ, ਯਾਨੀ ਕਿ ਲਚਕਦਾਰ ਵਾਲਾ ਕੀ ਹੈ? ਪੰਜਾਬੀ ਦੇ ਵਿੱਚ ਲਚਕਦਾਰ ਕਹਿੰਦੇ ਆ। ਲਚਕਦਾਰ ਵਟਾਂਦਰਾ ਦਰ ਪ੍ਰਣਾਲੀ ਇੱਕ ਦੋਸਤੋ ਵਟਾਂਦਰਾ ਪ੍ਰਣਾਲੀ ਹੈ ਜਿੱਥੇ ਵਟਾਂਦਰਾ ਦਰ ਬਾਜ਼ਾਰ ਵਿੱਚ ਦੋਸਤੋ ਪੈਸੇ ਦੀ ਸਪਲਾਈ ਤੇ ਮੰਗ ਨਿਰਭਰ ਕਰਦੀ ਹੈ। ਠੀਕ ਹੈ। ਇਸ ਵਿੱਚ ਦੋਸਤੋ ਇੱਕ ਲਚਕਦਾਰ ਵਟਾਂਦਰਾ ਦਰ ਪ੍ਰਣਾਲੀ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਸਪਲਾਈ ਵਿੱਚ ਤਬਦੀਲੀਆਂ ਦੇ ਅਨੁਸਾਰ ਦੋਸਤੋ ਮੁਦਰਾ ਦੇ ਮੁੱਲ ਨੂੰ ਸੁਤੰਤਰ ਤੌਰ ਤੇ ਦੋਸਤੋ ਉਤਾਰ ਅਤੇ ਚੜਾਅ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਲਚਕਦਾਰ ਵਟਾਂਦਰੇ ਦੇ ਕੀ ਨੁਕਸਾਨ ਹੈ? ਤਾਂ ਲਚਕਦਾਰ ਵਟਾਂਦਰੇ ਦਰਾਂ ਦੇ ਵਿਰੁੱਧ ਦੋਸਤੋ ਇੱਕ ਮਹੱਤਵਪੂਰਨ ਦਲੀਲ ਇਹ ਹੈ ਕਿ ਇਸੇ ਦੇ ਅਧੀਨ ਦੋਸਤੋ ਵਟਾਂਦਰਾ ਦਰ ਵੀ ਬਹੁਤ ਜ਼ਿਆਦਾ ਉਤਾਰ ਅਤੇ ਚੜਾਅ ਵਿਦੇਸ਼ੀ ਮੁਦਰਾ ਦੇ ਲੈਣ ਦੇਣ ਵਿੱਚ ਪ੍ਰਾਪਤੀਆਂ ਤੇ ਭੁਗਤਾਨ ਦਾ ਸਹੀ ਮਾਤਰਾ ਬਾਰੇ ਅਨਿਸ਼ਚਿਤਤਾ ਪੈਦਾ ਕਰ ਦਿੰਦੇ ਹਨ। ਇਹ ਅਸਥਿਰਤਾ ਜਿਹੜਾ ਹੈਗਾ ਵਾ ਦੇਸ਼ਾਂ ਵਿਚਕਾਰ ਵਿਦੇਸ਼ੀ ਵਪਾਰ ਅਤੇ ਪੂੰਜੀ ਦੀ ਆਵਾਜਾਈ ਨੂੰ ਰੋਕਦੀ ਹੈ। ਠੀਕ ਹੈ ਜੀ। ਤੇ ਇਹਦੇ ਦੋਸਤੋ ਫਾਇਦੇ ਕੀ ਨੇ? ਹੁਣ ਤਾਂ ਦੇਖੋ ਲਚਕਦਾਰ ਵਟਾਂਦਰਾ ਦਰਾਂ ਦਾ ਇਹ ਫਾਇਦਾ ਹੁੰਦਾ ਹੈ ਕਿ ਉਹ ਕਿਸੇ ਦੇਸ਼ ਨੂੰ ਇੱਕ ਐਂਕਰ ਮੁਦਰਾ ਦੇਸ਼ ਜਿਹੜਾ ਹੈਗਾ ਦੁਆਰਾ ਨਿਰਧਾਰਿਤ ਆਪਣੀ ਮੁਦਰਾ ਨੀਤੀ ਦੀ ਬਜਾਏ ਇੱਕ ਸੁਤੰਤਰ ਮੁਦਰਾ ਨੀਤੀ ਨੂੰ ਅਪਣਾਉਣ ਦੀ ਆਗਿਆ ਦਿੰਦੀਆਂ ਹਨ। ਤਾਂ ਇਹ ਆਪਣਾ ਪ੍ਰਸ਼ਨ ਹੋ ਗਿਆ। ਤੇ ਇਹਦੇ ਨਾਲ ਹੀ ਦੋਸਤੋ ਫਿਕਸਡ ਵਾਲਾ ਪੁੱਛਿਆ ਹੋਇਆ ਸੀਗਾ। ਹੁਣ ਚਲੋ ਦੇਖਦੇ ਹਾਂ ਫਿਕਸਡ ਦਾ, ਯਾਨੀ ਕਿ ਸਥਿਰ ਵਟਾਂਦਰਾ ਦਰ ਦਾ ਕੀ ਅਰਥ ਹੈ? ਇੱਕ ਨਿਸ਼ਚਿਤ ਐਕਸਚੇਂਜ ਦਰ, ਇੱਕ ਸਰਕਾਰ ਜਾਂ ਫਿਰ ਕੇਂਦਰੀ ਬੈਂਕ ਦੁਆਰਾ ਲਾਗੂ ਕੀਤੀ ਗਈ ਇੱਕ ਪ੍ਰਣਾਲੀ ਜੋ ਦੇਸ਼ ਦੀ ਅਧਿਕਾਰਿਤ ਮੁਦਰਾ ਵਟਾਂਦਰਾ ਦਰ ਨੂੰ ਕਿਸੇ ਹੋਰ ਦੇਸ਼ ਦੀ ਮੁਦਰਾ ਜਾਂ ਫਿਰ ਸੋਨੇ ਦੀ ਕੀਮਤ ਨਾਲ ਜੋੜਦੀ ਹੈ। ਇੱਕ ਸਥਿਰ ਐਕਸਚੇਂਜ ਦਰ ਪ੍ਰਣਾਲੀ ਉਦੇਸ਼ ਇੱਕ ਮੁਦਰਾ ਦੇ ਮੁੱਲ ਨੂੰ ਇੱਕ ਤੰਗ ਬੈਂਡ ਦੇ ਅੰਦਰ ਰੱਖਣਾ ਹੈ। ਠੀਕ ਹੈ ਜੀ। ਤਾਂ ਇਹਦੇ ਦੋਸਤੋ ਦੇਖੋ ਫਾਇਦੇ ਕੀ ਨੇ ਇਹਦੇ ਵਿੱਚ? ਤਾਂ ਆਯਾਤਕਾਂ ਤੇ ਨਿਰਯਾਤਕਾਂ ਲਈ ਦੋਸਤੋ ਜਿਹੜਾ ਹੈਗਾ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਨਾ, ਇਸ ਲਈ ਦੋਸਤੋ ਵਧੇਰੇ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਘੱਟ ਮਹਿੰਗਾਈ ਨੂੰ ਦੋਸਤੋ ਬਣਾਈ ਰੱਖਣ ਵਿੱਚ ਸਰਕਾਰ ਦੀ ਮਦਦ ਕਰਨਾ, ਜਿਸ ਨਾਲ ਦੋਸਤੋ ਵਿਆਜ ਦਰਾਂ ਨੂੰ ਘਟਾਉਣ ਵਰਗੇ ਸਕਾਰਾਤਮਕ ਲੰਬੇ ਸਮੇਂ ਪ੍ਰਭਾਵ ਹੋ ਸਕਦੇ ਹਨ। ਠੀਕ ਹੈ। ਤੇ ਇਹਨਾਂ ਦੇ ਦੋਸਤੋ ਹੁਣ ਨੁਕਸਾਨ ਦੇਖੋ ਕੀ ਨੇ? ਤਾਂ ਅਟਕਲਾ ਜੇਕਰ ਦੋਸਤੋ ਵਿਦੇਸ਼ੀ ਮੁਦਰਾ ਬਾਜ਼ਾਰਾਂ ਦਾ ਮੰਨਣਾ ਇਹ ਹੈ ਕਿ ਦੋਸਤੋ ਪੁਨਰ ਮੁਲਾਂਕਣ ਡਿਵੈਲੂਏਸ਼ਨ ਹੋ ਸਕਦਾ ਹੈ, ਤਾਂ ਅਟਕਲਾਂ ਦੀ ਲੋੜ ਹੋ ਸਕਦੀ ਹੈ। ਇਸ ਨਾਲ ਦੋਸਤੋ ਜਿਹੜਾ ਹੈਗਾ ਵਾ ਲੜਨ ਨਾਲ ਸਰਕਾਰ ਨੂੰ ਉਹਨਾਂ ਦੇ ਜਿਹੜੇ ਹੈਗੇ ਵਿਦੇਸ਼ੀ ਮੁਦਰਾ ਦਾ ਭੰਡਾਰ ਦੇ ਰੂਪ ਵਿੱਚ ਕਾਫੀ ਖਰਚਾ ਜਿਹੜਾ ਹੈਗਾ ਵਾ ਪੈ ਸਕਦਾ ਹੈ। ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਦੋਸਤੋ ਖੇਤੀਬਾੜੀ ਦੀ ਮਹੱਤਤਾ ਤੇ ਸਮੱਸਿਆ ਅਤੇ ਸੁਜੈਸ਼ਨ ਦੱਸੋ। ਚਲੋ ਦੇਖਦੇ ਹਾਂ ਦੋਸਤੋ ਖੇਤੀਬਾੜੀ ਦੀ ਪਹਿਲੇ ਸਭ ਤੋਂ ਮਹੱਤਤਾ ਦੇਖ ਲੈਂਦੇ ਹਾਂ। ਤਾਂ ਮਹੱਤਵ ਦੇਖੋ ਕੀ ਹੈ ਦੋਸਤੋ? ਖੇਤੀਬਾੜੀ ਦੁਨੀਆ ਦਾ ਜ਼ਿਆਦਾਤਰ ਭੋਜਨ ਅਤੇ ਕੱਪੜੇ ਪ੍ਰਦਾਨ ਕਰਦੀ ਹੈ। ਕਪਾਹ, ਉੱਨ, ਚਮੜਾ ਸਾਰੇ ਖੇਤੀ ਉਤਪਾਦ ਹਨ। ਖੇਤੀਬਾੜੀ ਦੋਸਤੋ ਉਸਾਰੀ ਅਤੇ ਕਾਗਜ਼ੀ ਉਤਪਾਦਾਂ ਲਈ ਦੋਸਤੋ ਲੱਕੜ ਵੀ ਪ੍ਰਦਾਨ ਕਰਦੀ ਹੈ। ਇਹ ਉਤਪਾਦ ਅਤੇ ਨਾਲ ਹੀ ਦੋਸਤੋ ਵਰਤੇ ਗਏ ਖੇਤੀ ਵਿਧੀਆਂ ਸੰਸਾਰ ਦੇ ਹਿੱਸੇ ਤੇ ਦੂਜੇ ਹਿੱਸੇ ਵੱਖ-ਵੱਖ ਹੋ ਸਕਦੀਆਂ ਹਨ। ਠੀਕ ਹੈ ਜੀ। ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਕੀ ਨੇ? ਦੇਖੋ ਛੋਟੀਆਂ ਅਤੇ ਖੰਡਿਤ ਜ਼ਮੀਨਾਂ, ਬੀਜਾਂ, ਖਾਦਾਂ ਅਤੇ ਆਪਣਾ ਬਾਇਓਸਾਈਡਾਂ, ਸਿੰਚਾਈ, ਮਸ਼ੀਨੀਕਰਨ ਦੀ ਘਾਟ, ਮਿੱਟੀ ਦੀ ਕਟੌਤੀ, ਖੇਤੀਬਾੜੀ ਜਿਹੜਾ ਹੈਗਾ ਮੰਡੀਕਰਨ ਅਤੇ ਪੂੰਜੀ ਦੀ ਘਾਟ, ਭਾਰਤੀ ਖੇਤੀ ਨੂੰ ਦੋਸਤੋ ਪ੍ਰਮੁੱਖ ਕਿਹੜੀਆਂ ਨੇ ਸਮੱਸਿਆਵਾਂ ਹਨ। ਠੀਕ ਹੈ। ਤੇ ਇਹਨਾਂ ਨੂੰ ਦੋਸਤੋ ਸਹੀ ਕਰਨ ਲਈ ਸੁਜੈਸ਼ਨ ਨੇ, ਮਤਲਬ ਕੁਝ ਉਪਾਅ ਨੇ, ਸੁਜੈਸ਼ਨ ਨੇ। ਤਾਂ ਦੇਖੋ ਕੁਸ਼ਲ ਬਾਜ਼ਾਰ, ਠੀਕ ਹੈ, ਸਿੰਚਾਈ ਵਧਾਉਣਾ ਤੇ ਪ੍ਰਬੰਧਨ, ਖੇਤੀ ਕਰਜ਼ਾ ਤੇ ਜਿਹੜਾ ਹੈਗਾ ਫਸਲ ਬੀਮਾ, ਨਵੀਆਂ ਤਕਨੀਕਾਂ ਨੂੰ ਅਪਣਾਉਣਾ, ਮਿੱਟੀ ਦੀ ਗੁਣਵੱਤਾ ਵਿੱਚ ਵਾਧਾ। ਇਹ ਇਸ ਦੇ ਜਿਹੜੇ ਹੈਗੇ ਆ ਕੀ ਹੋ ਗਏ? ਸੁਜੈਸ਼ਨ ਹੋ ਗਏ। ਅੱਗੇ ਦੋਸਤੋ ਇੰਡਸਟਰੀਅਲ ਡਿਵੈਲਪਮੈਂਟ ਦੀ ਸਮੱਸਿਆਵਾਂ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਇੰਡਸਟਰੀਅਲ ਡਿਵੈਲਪਮੈਂਟ ਦੀ ਸਮੱਸਿਆਵਾਂ। ਤਾਂ ਦੋਸਤੋ ਦੇਖੋ 12ਵੀਂ ਜਮਾਤ ਸੁਧਾਰਾਂ ਦੇ ਪੱਖ ਵਿੱਚ ਦੋਸਤੋ ਦਲੀਲ ਆਰਥਿਕ ਵਿਕਾਸ ਦੀ ਦਰ ਵਿੱਚ ਵਾਧਾ, ਵਿਦੇਸ਼ੀ ਨਿਵੇਸ਼ ਦਾ ਪ੍ਰਭਾਵ, ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ, ਨਿਰਯਾਤ ਵਿੱਚ ਵਾਧਾ ਅਤੇ ਸੋਚ ਤੇ ਨਿਯੰਤਰਣ, ਨਿੱਜੀ ਖੇਤਰ ਦੀ ਭੂਮਿਕਾ ਵਿੱਚ ਵਾਧਾ ਦੇ ਕਾਰਨ ਦੋਸਤੋ ਕੁਝ ਮਹੱਤਵਪੂਰਨ ਦਲੀਲਾਂ ਸਨ। ਠੀਕ ਹੈ ਜੀ। ਤਾਂ ਦੋਸਤੋ ਇਹ ਤੁਹਾਡਾ ਆਨਸਰ ਹੋ ਜਾਏਗਾ। ਠੀਕ ਹੈ ਜੀ। ਕਿ ਆਰਥਿਕ ਸੁਧਾਰਾਂ ਦੇ ਪੱਖ ਵਿੱਚ ਦਲੀਲਾਂ ਦਿਓ। ਆਹੀ ਹੈ ਨਾ ਤੁਹਾਡਾ ਪ੍ਰਸ਼ਨ? ਨਹੀਂ ਦੋਸਤੋ ਇਹ ਨਾ ਇਹਦੇ ਵਾਲੇ ਦਾ ਆਨਸਰ ਆ। ਠੀਕ ਹੈ ਜੀ। ਆਰਥਿਕ ਸੁਧਾਰਾਂ ਦੇ ਪੱਖ ਦੇ ਵਿੱਚ ਆਨਸਰ ਦਿਓ। ਇਹ ਇਹਦੇ ਵਾਲੇ ਦਾ, ਇਹਦਾ ਇੰਡਸਟਰੀਅਲ ਡਿਵੈਲਪਮੈਂਟ ਦੀ ਸਮੱਸਿਆ ਵਾ ਲਿਖੋ। ਤਾਂ ਦੋਸਤੋ ਇਹਦਾ ਚਲੋ ਮੈਂ ਤੁਹਾਨੂੰ ਕਰਾਉਣਾ, ਰੁਕੋ।
ਤਾਂ ਇਹਦਾ ਆਨਸਰ ਦੋਸਤੋ ਤੁਸੀਂ ਇਹ ਲਿਖਣਾ ਵਾ ਇੰਡਸਟਰੀਅਲ ਵਿਕਾਸ ਦੇ ਨੁਕਸਾਨ ਜਾਂ ਫਿਰ ਪ੍ਰੋਬਲਮ ਜੋ ਇਹਨਾਂ ਨੇ ਪੁੱਛਿਆ ਸੀਗਾ। ਠੀਕ ਹੈ ਜੀ, ਗੱਲ ਇੱਕ ਹੀ ਆ ਉਦਯੋਗਿਕ, ਯਾਨੀ ਕਿ ਇੰਡਸਟਰੀਅਲ ਦੋਸਤੋ ਇੰਗਲਿਸ਼ ਦਾ ਵਰਡ ਆ, ਉਦਯੋਗਿਕ ਦੋਸਤੋ ਉਸਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ। ਤਾਂ ਇਸ ਆਨਸਰ ਦੇਖੋ। ਇਸ ਦੇ ਨਾਲ ਹੀ ਦੋਸਤੋ ਉਦਯੋਗਿਕ ਪ੍ਰਕਿਰਿਆਵਾਂ ਦਾ ਵਾਤਾਵਰਣ ਤੇ ਦੋਸਤੋ ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ, ਜਿਸ ਨਾਲ ਦੋਸਤੋ ਜਲਵਾਯੂ ਤਬਦੀਲੀ, ਕੁਦਰਤੀ ਸਰੋਤਾਂ ਦੇ ਨੁਕਸਾਨ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਅਤੇ ਪ੍ਰਜਾਤੀਆਂ ਦੇ ਵਿਨਾਸ਼ ਹੋ ਸਕਦੇ ਹਨ। ਇਹ ਦੋਸਤੋ ਗਲੋਬਲ ਵਾਤਾਵਰਣ ਦੇ ਨਾਲ ਆਰਥਿਕ ਤੇ ਸਮਾਜਿਕ ਕਲਿਆਣ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਤਾਂ ਇਹ ਤੁਹਾਡਾ ਦੋਸਤੋ ਆਨਸਰ ਹੋ ਗਿਆ। ਠੀਕ ਹੈ ਜੀ, ਇੰਡਸਟਰੀਅਲ ਡਿਵੈਲਪਮੈਂਟ ਦੀ ਸਮੱਸਿਆ ਦੇਖ ਲਈ। ਤੇ ਹੁਣ ਦੋਸਤੋ 17ਵਾਂ ਪ੍ਰਸ਼ਨ ਇੱਥੇ ਆ 1991 ਆਰਥਿਕ ਸੁਧਾਰਾਂ ਦੇ ਪੱਖ ਅਤੇ ਵਿਪੱਖ ਦੇ ਵਿੱਚ ਜਿਹੜਾ ਹੈਗਾ ਵਾ ਗੱਲਾਂ ਲਿਖੋ। ਤਾਂ ਦੋਸਤੋ ਦੇਖੋ ਪੱਖ ਦੇ ਵਿੱਚ ਕੀ ਨੇ, ਸਭ ਤੋਂ ਪਹਿਲਾਂ ਦੇਖ ਲਓ। ਠੀਕ ਹੈ ਜੀ, ਤਾਂ ਦੇਖੋ ਆਰਥਿਕ ਵਿਕਾਸ ਦੀ ਦਰ ਵਿੱਚ ਵਾਧਾ, ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ। ਠੀਕ ਹੈ ਜੀ, ਦੂਸਰਾ ਪੁਆਇੰਟ। ਤੀਸਰਾ ਪੁਆਇੰਟ ਹੈ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ। ਚੌਥਾ ਪੁਆਇੰਟ ਨਿਰਯਾਤ ਵਿੱਚ ਵਾਧਾ, ਸੋਝ ਤੇ ਨਿਯੰਤਰਣ। ਠੀਕ ਹੈ ਜੀ, ਤੇ ਨਿੱਜੀ ਖੇਤਰਾਂ ਦੀ ਭੂਮਿਕਾ ਵਿੱਚ ਵਾਧਾ ਦੇ ਕਾਰਨ ਕੁਝ ਮਹੱਤਵਪੂਰਨ ਦਲੀਲਾਂ ਸਨ। ਠੀਕ ਹੈ ਜੀ, ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਪੱਖ ਦੇ ਵਿੱਚ ਹੋ ਗਏ। ਤੇ ਹੁਣ ਦੋਸਤੋ ਵਿਪੱਖ ਦੇਖ ਲਓ, ਯਾਨੀ ਕਿ ਉਹਦੇ ਮਤਲਬ ਉਲਟ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਕੀ ਹੈ ਉਹਦੇ ਵਿਰੁੱਧ, ਯਾਨੀ ਕਿ ਦਲੀਲਾਂ ਕੀ ਸੀਗੀਆਂ। ਪਹਿਲੀ ਗੱਲ ਤਾਂ ਦੋਸਤੋ ਸਰਕਾਰ ਜਿਹੜਾ ਹੈਗਾ ਆਰਥਿਕ ਸੁਧਾਰਾਂ ਨੂੰ ਲਾਗੂ ਕਰਨ ਦੇ ਕਿਸੇ ਵੀ ਪੜਾਅ 'ਤੇ ਦੋਸਤੋ ਸੰਗਠਿਤ ਮਜ਼ਦੂਰਾਂ ਨੂੰ ਭਰੋਸੇ 'ਚ ਲੈਣ 'ਚ ਅਸਫਲ ਰਹੀ। ਭਾਰਤ ਵਰਗੇ ਦੇਸ਼ ਵਿੱਚ ਦੋਸਤੋ ਕੋਈ ਸਮਾਜਿਕ ਸੁਰੱਖਿਆ ਜਲ ਨਹੀਂ ਹੈ, ਕੋਈ ਬੇਰੁਜ਼ਗਾਰੀ ਲਾਭ ਨਹੀਂ ਹੈ ਅਤੇ ਅੱਜ ਤੱਕ ਮਜ਼ਦੂਰਾਂ ਨੂੰ ਨਵੇਂ ਹੁਨਰਾਂ ਵਿੱਚ ਮੁੜ ਸਿਖਲਾਈ ਦੇਣ ਦੀ ਕੋਈ ਸੰਸਥਾ ਨਹੀਂ ਹੈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਇਹਦੇ ਨਾਲ ਹੀ ਪ੍ਰਸ਼ਨ ਕੀ ਹੈ ਹੋਰ, ਹਾਂਜੀ ਇਹ ਹੋ ਗਿਆ। ਹੁਣ ਹੈ ਗਰੀਬੀ ਦੇ ਕਾਰਨ ਅਤੇ ਸੁਝਾਅ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ। ਤਾਂ ਦੇਖੋ ਦੋਸਤੋ ਅਸੀਂ ਭਾਰਤ ਨੂੰ ਜਿਹੜਾ ਹੈਗਾ ਵਾ ਕਿਵੇਂ ਸੁਧਾਰ ਸਕਦੇ ਹਾਂ। ਤਾਂ ਗਰੀਬੀ ਦੇ ਸਭ ਤੋਂ ਪਹਿਲਾਂ ਆਪਾਂ ਕਾਰਨ ਦੇਖਦੇ ਹਾਂ। ਗਰੀਬੀ ਦੇ ਮੁੱਖ ਕਾਰਨ ਦੋਸਤੋ ਕੀ ਨੇ, ਵੱਧਦੀ ਆਬਾਦੀ ਦੇ ਵਿੱਚ ਜਿਹੜਾ ਹੈਗਾ ਵਾ ਵਾਧਾ। ਠੀਕ ਹੈ ਜੀ, ਵੱਧਦੀ ਆਬਾਦੀ ਦਾ ਮਤਲਬ ਵਾਧਾ ਵਾ। ਠੀਕ ਹੈ ਜੀ, ਕਿ ਉਹਨਾਂ ਦੀ ਜਿਹੜੀ ਹੈਗੀ ਦਰ ਵੱਧ ਰਹੀ ਆ, ਵੱਧਦੀ ਆਬਾਦੀ ਦੀ ਮਤਲਬ ਵੱਧ ਰਹੀ ਆਬਾਦੀ। ਠੀਕ ਹੈ ਜੀ, ਤੇ ਦੂਸਰਾ ਹੈ ਦੋਸਤੋ ਖੇਤੀਬਾੜੀ ਵਿੱਚ ਘੱਟ ਉਤਪਾਦਕਤਾ, ਮਤਲਬ ਉਤਪਾਦਨ ਘੱਟ ਹੋ ਰਿਹਾ ਵਾ। ਠੀਕ ਹੈ ਜੀ, ਪ੍ਰੋਡਕਸ਼ਨ ਘੱਟ ਹੋ ਰਹੀ ਹੈ ਖੇਤੀਬਾੜੀ ਦੇ ਵਿੱਚ। ਸਰੋਤਾਂ ਦੀ ਘੱਟ ਵਰਤੋਂ। ਠੀਕ ਹੈ ਜੀ, ਆਰਥਿਕ ਵਿਕਾਸ ਦੀ ਇੱਕ ਜਿਹੜੀ ਕਿ ਛੋਟੀ ਦਰ, ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਪੂੰਜੀ ਅਤੇ ਜਿਹੜਾ ਹੈਗਾ ਯੋਗ ਉਦਮ ਦੀ ਘਾਟ, ਸਮਾਜਿਕ ਕਾਰਕ। ਠੀਕ ਹੈ ਜੀ, ਤਾਂ ਤੁਹਾਡੇ ਇਹ ਪੁਆਇੰਟ ਨੇ, ਇਹਨਾਂ ਨੂੰ ਐਕਸਪਲੇਨ ਵੀ ਤੁਸੀਂ ਕਰ ਲੈਣਾ ਵਾ। ਠੀਕ ਹੈ ਜੀ, ਇਹ ਨਹੀਂ ਕਿ ਜਿਹੜੇ ਮੈਂ ਪੁਆਇੰਟ ਤੁਹਾਨੂੰ ਦੱਸੇ ਆ ਇਹਨੂੰ ਸਿਰਫ ਐਵੇਂ ਹੀ ਲਿਖ ਦੇਵੋ। ਤਾਂ ਇਸ ਤਰ੍ਹਾਂ ਨਹੀਂ, ਇਸ ਨੂੰ ਜਿਹੜਾ ਹੈਗਾ ਮੈਂ ਜਿਹੜੇ ਪੁਆਇੰਟ ਦੱਸ ਰਿਹਾ ਨਾ ਇਹਨਾਂ ਨੂੰ ਥੋੜਾ ਦੋ ਲਾਈਨਾਂ ਦੇ ਵਿੱਚ ਐਕਸਪਲੇਨ ਵੀ ਕਰ ਦਿਓ। ਤਾਂ ਹੁਣ ਦੋਸਤੋ ਇਸ ਨੂੰ ਦੂਰ ਕਿਵੇਂ ਕਰ ਸਕਦੇ ਹਾਂ ਗਰੀਬੀ ਨੂੰ। ਠੀਕ ਹੈ ਜੀ, ਸੁਧਾਰ ਕਿਵੇਂ ਕਰ ਸਕਦੇ ਆ। ਤਾਂ ਦੇਖੋ ਸੋ ਇਹਦੇ ਵਿੱਚ ਨਾ ਭੌਤਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਦੋਸਤੋ ਮਨੁੱਖੀ ਵਸੀਲਿਆਂ ਦੇ ਵਿਕਾਸ ਰਾਹੀਂ ਗਰੀਬੀ ਨੂੰ ਵੀ ਘਟਾਇਆ ਜਾ ਸਕਦਾ ਹੈ। ਮਨੁੱਖੀ ਸਰੋਤ ਵਿਕਾਸ ਲਈ ਵਿਦਿਅਕ ਸਹੂਲਤਾਂ, ਜਿਵੇਂ ਕਿ ਦੋਸਤੋ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ, ਤਕਨੀਕੀ ਸਿਖਲਾਈ ਸੰਸਥਾਵਾਂ ਅਤੇ ਲੋਕਾਂ ਨੂੰ ਹੁਨਰ ਆਯਾਤ ਕਰਨ ਲਈ ਵੋਕੇਸ਼ਨਲ ਕਾਲਜਾਂ ਵਿੱਚ ਵਧੇਰੇ ਨਿਵੇਸ਼ ਦੀ ਲੋੜ ਹੈ। ਇਸ ਤਰ੍ਹਾਂ ਦੋਸਤੋ ਜਿਹੜਾ ਹੈਗਾ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਅੱਗੇ ਦੋਸਤੋ ਆਪਣਾ ਬੇਰੁਜ਼ਗਾਰੀ ਦੇ 6 ਪ੍ਰਭਾਵ ਅਤੇ ਇਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਦਮ ਕੀ ਹਨ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ। ਬੇਰੁਜ਼ਗਾਰੀ ਦੇ ਪ੍ਰਭਾਵ ਕੀ ਨੇ। ਸਭ ਤੋਂ ਪਹਿਲਾਂ ਦੇਖੋ ਬੇਰੁਜ਼ਗਾਰੀ ਦੇ ਨਤੀਜੇ ਵਜੋਂ ਜਿਹੜੀ ਹੈਗੀ ਮੰਗ, ਖਪਤ ਅਤੇ ਖਰੀਦ ਸ਼ਕਤੀ ਘਟਦੀ ਹੈ, ਜੋ ਬਦਲੇ ਵਿੱਚ ਦੋਸਤੋ ਕਾਰੋਬਾਰਾਂ ਲਈ ਘੱਟ ਮੁਨਾਫੇ ਦਾ ਕਾਰਨ ਬਣਦੀ ਹੈ। ਬਜਟ ਵਿੱਚ ਦੋਸਤੋ ਜਿਹੜਾ ਹੈਗਾ ਵਾ ਕਟੌਤੀ ਅਤੇ ਕਰਮਚਾਰੀਆਂ ਵਿੱਚ ਕਟੌਤੀ ਦੇ ਕਾਰਨ ਦੋਸਤੋ ਬਣਦੀ ਹੈ। ਇਹ ਇੱਕ ਜਿਹੜਾ ਹੈਗਾ ਦੋਸਤੋ ਹਾਂਜੀ ਇਹ ਇੱਕ ਚੱਕਰ ਬਣਾਉਂਦਾ ਹੈ ਜੋ ਦੋਸਤੋ ਚੱਲਦਾ ਹੈ ਅਤੇ ਜਿਸ ਨੂੰ ਦੋਸਤੋ ਕਿਸੇ ਕਿਸਮ ਦੇ ਦਖਲ ਤੋਂ ਬਿਨਾਂ ਉਲਟਾਉਣਾ ਮੁਸ਼ਕਿਲ ਹੁੰਦਾ ਹੈ। ਠੀਕ ਹੈ ਜੀ, ਤੇ ਨਾਲ ਹੀ ਦੋਸਤੋ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਕਿਹੜੇ ਕਦਮ ਨੇ। ਤਾਂ ਦੇਖੋ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਇੱਕ ਨਾਜ਼ੁਕ ਮੁੱਦਾ ਹੈ ਜਿਸ ਨੂੰ ਥੋੜ੍ਹੇ ਸਮੇਂ ਵਿੱਚ ਹੀ ਹੱਲ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ, ਸਵੈ ਰੁਜ਼ਗਾਰ ਵਾਲੇ ਲੋਕਾਂ ਨੂੰ ਸਹਾਇਤਾ, ਉਦਯੋਗਿਕ ਤਕਨੀਕ ਵਿੱਚ ਤਬਦੀਲੀ ਅਤੇ ਬਿਹਤਰ ਸਰਕਾਰੀ ਨੀਤੀਆਂ ਦੀ ਸ਼ੁਰੂਆਤ ਵਰਗੇ ਉਪਾਅ ਸਥਿਤੀ ਨਾਲ ਦੋਸਤੋ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਹੈ ਦੋਸਤੋ ਆਪਣਾ ਪੇਂਡੂ ਉਧਾਰ ਪ੍ਰੋਬਲਮ ਅਤੇ ਇਹ ਸੰਬੰਧੀ ਸੁਝਾਅ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ। ਆਹੀ ਤੁਹਾਡਾ ਪ੍ਰਸ਼ਨ ਆ, ਭਾਰਤ ਵਿੱਚ ਪੇਂਡੂ ਕਰਜ਼ੇ ਦੀ ਸਮੱਸਿਆ। ਤਾਂ ਦੇਖੋ ਨਾ ਕਾਫੀ ਪੇਂਡੂ ਕਰਜ਼ੇ ਦੇ ਢਾਂਚੇ ਦਾ ਜਿਹੜਾ ਹੈਗਾ ਵਿਸਤਾਰ ਦੇ ਬਾਵਜੂਦ ਦੋਸਤੋ ਦੇਸ਼ ਵਿੱਚ ਜਿਹੜਾ ਹੈਗਾ ਪੇਂਡੂ ਕਰਜ਼ੇ ਦੀ ਮਾਤਰਾ ਅਜੇ ਵੀ ਖੇਤੀ ਲਾਗਤਾਂ ਦੀਆਂ ਕੀਮਤਾਂ ਵਿੱਚ ਜਿਹੜਾ ਹੈਗਾ ਵਾਧੇ ਕਾਰਨ ਪੈਦਾ ਹੋਈ ਹੈ। ਇਸ ਦੀ ਵੱਧਦੀ ਲੋੜ ਦੇ ਮੁਕਾਬਲੇ ਨਾਕਾਫੀ ਹੈ। ਅੱਗੇ ਦੋਸਤੋ ਆਪਣਾ ਦੂਸਰਾ ਪੁਆਇੰਟ ਕੀ ਹੈ, ਹਾਂਜੀ ਮਨਜ਼ੂਰੀ ਦਾ ਨਾਕਾਫੀ ਰਕਮ। ਏਜੰਸੀਆਂ ਦੁਆਰਾ ਦੋਸਤੋ ਕਿਸਾਨਾਂ ਨੂੰ ਮਨਜ਼ੂਰ ਕੀਤੇ ਕਰਜ਼ੇ ਦੀ ਰਕਮ ਵੀ ਦੋਸਤੋ ਉਹਨਾਂ ਦੇ ਖੇਤੀਬਾੜੀ ਕਾਰਜਾਂ ਦੇ ਵੱਖ-ਵੱਖ ਪਹਿਲੂਆਂ ਨੂੰ ਪੂਰਾ ਕਰਨ ਲਈ ਜ਼ਿਆਦਾ ਨਾਕਾਫੀ ਹੈ। ਮਨਜ਼ੂਰ ਕੀਤੇ ਕਰਜ਼ੇ ਦੀ ਰਕਮ ਨੂੰ ਨਾਕਾਫੀ ਅਤੇ ਮਾਮੂਲੀ ਸਮਝਦੇ ਹਾਂ ਦੋਸਤੋ ਕਿਸਾਨ ਅਕਸਰ ਅਜਿਹੇ ਕਰਜ਼ੇ ਨੂੰ ਗੈਰ ਉਤਪਾਦਕ ਉਦੇਸ਼ਾਂ ਲਈ ਮੋੜ ਦਿੰਦੇ ਹਨ ਅਤੇ ਇਸ ਤਰ੍ਹਾਂ ਦੋਸਤੋ ਅਜਿਹੇ ਜਿਹੜੇ ਹੈਗੇ ਕਰਜ਼ੇ ਨੂੰ ਉਦੇਸ਼ ਨੂੰ ਪਤਲਾ ਕਰ ਦਿੰਦੇ ਹਨ। ਤੀਸਰਾ ਪੁਆਇੰਟ ਹੈ ਦੋਸਤੋ ਗਰੀਬ ਕਿਸਾਨਾਂ ਦਾ ਘੱਟ ਧਿਆਨ। ਠੀਕ ਹੈ, ਪੇਂਡੂ ਕਰਜ਼ਿਆਂ ਏਜੰਸੀਆਂ ਅਤੇ ਇਸ ਦੀਆਂ ਜਿਹੜੀ ਹੈਗੇ ਨੇ ਸਕੀਮ ਛੋਟੇ ਅਤੇ ਸੀਮਾਂਤ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਫਲ ਰਹੀਆਂ ਹਨ। ਇਸ ਤਰ੍ਹਾਂ ਦੋਸਤੋ ਲੋੜਵੰਦ ਕਿਸਾਨਾਂ ਦੀਆਂ ਜਿਹੜੀ ਹੈਗੇ ਨੇ ਹਾਂਜੀ ਲੋੜਵੰਦ ਕਿਸਾਨਾਂ ਦੀਆਂ ਕਰਜ਼ਾ ਲੋੜ ਤੋਂ ਘੱਟ ਧਿਆਨ ਦਿੱਤਾ ਗਿਆ ਹੈ, ਜਦੋਂ ਕਿ ਦੋਸਤੋ ਤੁਲਨਾਤਮਕ ਤੌਰ 'ਤੇ ਖੁਸ਼ਹਾਲ ਕਿਸਾਨ ਆਪਣੀ ਬਿਹਤਰ ਕਰਜ਼ਾ ਯੋਗਤਾ ਜਿਹੜਾ ਹੈਗਾ ਵਾ ਯੋਗਤਾ ਲਈ ਦੋਸਤੋ ਕਰਜ਼ਾ ਏਜੰਸੀਆਂ ਤੋਂ ਜ਼ਿਆਦਾ ਧਿਆਨ ਦੇ ਰਹੇ ਹਨ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਹੁਣ ਦੋਸਤੋ ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਕੀ ਹੈ, ਹਾਂਜੀ ਕੀ ਸੀਗਾ ਦੋਸਤੋ ਇੱਥੇ ਹੁਣ ਖੇਤੀਬਾੜੀ ਮਾਰਕੀਟਿੰਗ ਦੇ ਜਿਹੜੇ ਹੈਗੇ ਗੁਣ ਅਤੇ ਕਮੀਆਂ ਲਿਖੋ। ਠੀਕ ਹੈ ਜੀ, ਖੇਤੀਬਾੜੀ ਮਾਰਕੀਟਿੰਗ ਪੁੱਛਿਆ ਹੈ ਇੱਥੇ ਆਪਣਾ। ਠੀਕ ਹੈ ਜੀ,
ਖੇਤੀਬਾੜੀ ਮਾਰਕੀਟਿੰਗ ਆ ਕਿ ਪਤਾ ਨਹੀਂ, ਹਾਂਜੀ ਮਾਰਕੀਟਿੰਗ ਹੀ ਹੈ ਇੱਥੇ ਦੋਸਤੋ। ਇੱਥੇ ਦੇਖਦੇ ਹਾਂ ਹੁਣ ਕੀ ਹੈ ਇੱਥੇ ਪ੍ਰਸ਼ਨ